ਪਿਆਰੇ ਬੱਚਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀਓਗ੍ਰਾਫੀ ਦੀ ਅੱਜ ਦੀ ਇਸ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਜੋ ਵਿਸ਼ਾ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਮੈਨੂਫੈਕਚਰਿੰਗ ਇੰਡਸਟਰੀਜ਼ ਜਾਂ ਨਿਰਮਾਣ ਉਦਯੋਗ, ਔਰ ਉਹਦੇ ਨਾਲ ਸੰਬੰਧਿਤ ਕਿਹੜੇ-ਕਿਹੜੇ ਉਦਯੋਗ ਕਿਸ ਤਰ੍ਹਾਂ ਨਾਲ ਕੈਟੇਗਰਾਈਜ਼ ਕਰਨੇ ਹਨ ਤੁਹਾਡੇ ਇਮਤਿਹਾਨਾਂ ਦੇ ਪੁਆਇੰਟ ਆਫ ਵਿਊ ਨਾਲ, ਔਰ ਤੁਹਾਡੇ ਜਿਹੜੇ ਛੋਟੇ ਪ੍ਰਸ਼ਨ ਆਉਣੇ ਹਨ ਉਸ ਲਿਹਾਜ਼ ਨਾਲ ਇਹ ਸਾਰਾ ਟੌਪਿਕ ਬਹੁਤ ਇੰਪੋਰਟੈਂਟ ਹੈ। ਸੋ ਸਾਰਿਆਂ ਨੇ ਇਸ ਪੂਰੇ ਲੈਕਚਰ ਨੂੰ ਪੂਰੇ ਧਿਆਨ ਨਾਲ ਸੁਣਨਾ ਹੈ। ਚਲੋ ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਕਿ ਨਿਰਮਾਣ ਉਦਯੋਗ ਜਾਂ ਮੈਨੂਫੈਕਚਰਿੰਗ ਇੰਡਸਟਰੀ ਇਹ ਕਿਹੜੇ ਸੈਕਟਰ ਦੇ ਵਿੱਚ, ਇਕੋਨਮੀ ਦੇ ਜਾਂ ਆਰਥਿਕਤਾ ਦੇ ਕਿਹੜੇ ਖੇਤਰ ਦੇ ਵਿੱਚ ਇਹ ਆਉਂਦਾ ਹੈ। ਸਭ ਤੋਂ ਤੁਸੀਂ ਦੇਖੋ, ਪਹਿਲਾਂ ਪ੍ਰਾਇਮਰੀ ਸੈਕਟਰ ਆਪਾਂ ਡਿਸਕਸ ਕਰਦੇ ਹਾਂ ਕਿ ਜਿਹਦੇ ਵਿੱਚ ਐਗਰੀਕਲਚਰ, ਮਾਈਨਿੰਗ ਯਾਨੀ ਕਿ ਖੇਤੀਬਾੜੀ ਵਗੈਰਾ ਆ ਜਾਂਦੀ ਹੈ, ਖਨਨ ਆ ਜਾਂਦਾ ਹੈ, ਮਾਈਨਿੰਗ ਦਾ ਜਿਹੜਾ ਉਹ ਧੰਦਾ ਆ ਜਾਂਦਾ ਹੈ। ਸੈਕੰਡਰੀ ਸੈਕਟਰ ਦੇ ਵਿੱਚ ਜਿਹੜਾ ਦੂਸਰੇ ਦਰਜੇ ਦਾ ਖੇਤਰ ਆ ਉਹਦੇ ਵਿੱਚ ਉਦਯੋਗ ਆਉਂਦੇ ਆ, ਇੰਡਸਟਰੀਜ਼ ਆਉਂਦੀਆਂ, ਜਿੱਥੇ ਅਸੀਂ ਕੱਚੇ ਮਾਲ ਤੋਂ ਮਾਲ ਤਿਆਰ ਕਰਕੇ ਬਾਜ਼ਾਰ ਦੇ ਵਿੱਚ ਵੇਚਣ ਲਈ ਭੇਜਦੇ ਹਾਂ। ਇਸ ਨੂੰ ਅਸੀਂ ਸੈਕੰਡਰੀ ਸੈਕਟਰ ਕਹਿੰਦੇ ਹਾਂ। ਸੋ ਖੇਤੀਬਾੜੀ ਦਾ ਜਿਹੜਾ ਸਾਰਾ ਉਦਯੋਗ ਹੈ ਉਹ ਹੋ ਗਿਆ ਤੁਹਾਡਾ ਪ੍ਰਾਇਮਰੀ ਸੈਕਟਰ ਦੇ ਵਿੱਚ, ਔਰ ਇੰਡਸਟਰੀ ਸਾਰੇ ਉਦਯੋਗ ਹੋ ਗਏ ਸੈਕੰਡਰੀ ਸੈਕਟਰ ਦੇ ਵਿੱਚ। ਇਹਦੇ ਵਿੱਚੋਂ ਸਾਰੀਆਂ ਜਿਹੜੀਆਂ ਹਿਊਮਨ ਐਕਟੀਵਿਟੀਜ਼ ਉਹ ਮਾਨਵੀ ਕਿਰਿਆਵਾਂ ਸ਼ਾਮਿਲ ਕੀਤੀਆਂ ਜਾਂਦੀਆਂ, ਜਿਸ ਦੇ ਵਿੱਚ ਅਸੀਂ ਪ੍ਰਾਇਮਰੀ ਸੈਕਟਰ ਦੇ ਵਿੱਚੋਂ ਜੋ ਮਾਲ ਤਿਆਰ ਕੀਤਾ ਜਾਂਦਾ, ਚਾਹੇ ਉਹ ਖੇਤੀਬਾੜੀ ਦੇ ਵਿੱਚ, ਚਾਹੇ ਉਹ ਮਾਈਨਿੰਗ ਦੇ ਵਿੱਚ ਖਣਿਜਾਂ ਨੂੰ ਕੱਢ ਕੇ ਉਸ ਕੱਚੇ ਮਾਲ ਨੂੰ ਜਦੋਂ ਤਿਆਰ ਮਾਲ ਦੇ ਵਿੱਚ ਅਸੀਂ ਤਬਦੀਲ ਕਰਦੇ ਹਾਂ, ਉਹ ਸਾਰੀ ਜਿਹੜੀ ਪ੍ਰਕਿਰਿਆ ਹੈ ਉਹ ਇੰਡਸਟਰੀ ਦੇ ਵਿੱਚ, ਉਦਯੋਗਾਂ ਦੇ ਵਿੱਚ ਜਾਂ ਫਿਰ ਕਾਰਖਾਨਿਆਂ ਦੇ ਵਿੱਚ ਹੁੰਦੀ ਹੈ। ਸੋ ਇਸ ਤਬਦੀਲੀ ਕਰਨ ਨੂੰ, ਇਸ ਚੇਂਜ ਨੂੰ ਜਿਹੜਾ ਹੈ ਅਸੀਂ ਸੈਕੰਡਰੀ ਸੈਕਟਰ ਦੇ ਵਿੱਚ ਜਾਂ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਜਿਹੜਾ ਉਹ ਸ਼ਾਮਿਲ ਕਰਦੇ ਹਾਂ। ਇਹਦੇ ਵਿੱਚ ਖੁਰਾਕ, ਜਿਹੜੇ ਖਾਣ ਪੀਣ ਵਾਲੇ ਪਦਾਰਥਾਂ ਦਾ ਨਿਰਮਾਣ ਹੈ ਉਹ ਵੀ ਇਹਦੇ ਵਿੱਚ ਆਉਂਦਾ ਹੈ, ਕੱਪੜਾ ਉਤਪਾਦਨ ਤੇ ਹੋਰ ਬਾਕੀ ਜਿੰਨੀਆਂ ਵੀ ਸਨਅਤਾਂ ਹੈ, ਜਿੰਨੇ ਵੀ ਕਾਰਖਾਨੇ ਆ ਉਹਦੇ ਵਿੱਚ ਆਉਂਦੇ ਆ। ਖੈਰ, ਬੇਸਿਕ ਸਭ ਤੋਂ ਪਹਿਲਾ ਜਿਹੜਾ ਪ੍ਰਸ਼ਨ ਇਸ ਟੌਪਿਕ ਦੇ ਵਿੱਚ ਬਣਦਾ ਹੈ ਉਹ ਇਹ ਬਣਦਾ ਹੈ ਕਿ ਮੈਨੂਫੈਕਚਰਿੰਗ ਤੇ ਇੰਡਸਟਰੀ, ਇਹਨਾਂ ਦੇ ਵਿੱਚ ਕੀ ਫਰਕ ਹੈ। ਬੜਾ ਜ਼ਰੂਰੀ ਫਰਕ ਹੈ, ਇਸ ਨੂੰ ਸਮਝਣਾ। ਮੈਨੂਫੈਕਚਰਿੰਗ ਹੁੰਦੀ ਆ ਜਾਂ ਨਿਰਮਾਣ ਹੁੰਦਾ ਕੱਚੇ ਮਾਲ ਤੋਂ ਤਿਆਰ ਮਾਲ ਨੂੰ ਤਿਆਰ ਕਰਨਾ, ਔਰ ਜਿਸ ਜਗ੍ਹਾ ਦੇ ਉੱਪਰ ਇਹ ਸਾਰੀ ਪ੍ਰਕਿਰਿਆ ਹੁੰਦੀ ਹੈ ਉਸ ਨੂੰ ਅਸੀਂ ਉਦਯੋਗ ਕਹਿੰਦੇ ਹਾਂ ਜਾਂ ਕਾਰਖਾਨਾ ਕਹਿੰਦੇ ਹਾਂ। ਜਦੋਂ ਅਸੀਂ ਪ੍ਰਾਇਮਰੀ ਸੈਕਟਰ ਦੇ ਵਿੱਚ ਕੋਈ ਮਾਲ ਤਿਆਰ ਕਰਦੇ ਹਾਂ ਤਾਂ ਉਸ ਨੂੰ ਸਿੱਧੇ ਰੂਪ ਦੇ ਵਿੱਚ ਇਸਤੇਮਾਲ ਨਹੀਂ ਕਰਦੇ। ਫੋਰ ਐਗਜ਼ਾਮਪਲ, ਅਗਰ ਕਿਸਾਨ ਆਪਣੇ ਖੇਤ ਦੇ ਵਿੱਚ ਝੋਨਾ, ਕਣਕ, ਦਾਲਾਂ ਜਿਹੜੀਆਂ ਉਹ ਉਗਾਉਂਦਾ ਹੈ ਤਾਂ ਉਸ ਨੂੰ ਅਸੀਂ ਸਿੱਧੇ ਰੂਪ ਦੇ ਵਿੱਚ ਜਿਹੜਾ ਕਣਕ ਨੂੰ ਇਸਤੇਮਾਲ ਨਹੀਂ ਕਰਦੇ। ਇਹ ਨਹੀਂ ਹੈ ਕਿ ਅਸੀਂ ਖੇਤ ਦੇ ਵਿੱਚ ਜਾਂਦੇ ਹਾਂ ਤੇ ਜਿਹੜੇ ਕਣਕ ਦੇ ਸਿੱਟੇ ਆ ਉਹ ਖਾਣ ਲੱਗ ਜਾਂਦੇ ਹਾਂ, ਇੱਦਾਂ ਨਹੀਂ ਹੁੰਦਾ। ਜਾਂ ਅਸੀਂ ਝੋਨਾ ਜਿਹੜਾ ਆ ਉਸ ਨੂੰ ਸਿੱਧੇ ਖੇਤਾਂ ਜਾਈਏ ਤੇ ਉਹ ਖਾਣ ਲੱਗ ਜਾਈਏ, ਨਹੀਂ ਹੁੰਦਾ। ਉਸ ਕਣਕ ਦੇ ਜਿਹੜੇ ਸਿੱਟੇ, ਉਹਨਾਂ ਦੇ ਵਿੱਚੋਂ ਦਾਣਿਆਂ ਨੂੰ ਕੱਢ ਕੇ ਥ੍ਰੈਸ਼ਰ ਨਾਲ ਫਿਰ ਉਹਨਾਂ ਦੀ ਗਹਾਈ ਹੁੰਦੀ ਹੈ, ਸਾਫ਼ ਕੀਤਾ ਜਾਂਦਾ ਆ। ਉਸ ਤੋਂ ਬਾਅਦ ਅਸੀਂ ਉਸ ਕਣਕ ਨੂੰ ਖਰੀਦ ਕੇ ਘਰ ਲੈ ਕੇ ਆਉਂਦੇ ਹਾਂ, ਫਿਰ ਉਹਨੂੰ ਦੁਬਾਰਾ ਸਾਫ਼ ਕਰਦੇ ਹਾਂ। ਸਾਫ਼ ਕਰਕੇ ਫਿਰ ਅਸੀਂ ਉਸ ਨੂੰ ਚੱਕੀ ਦੇ ਉੱਪਰ ਲੈ ਜਾ ਕੇ ਆਟਾ ਪੀਸਿਆ ਜਾਂਦਾ ਆ। ਫਿਰ ਉਸ ਤੋਂ ਬਾਅਦ ਵਿੱਚ ਸਾਡੀ ਮਾਂ, ਸਾਡੀਆਂ ਭੈਣਾਂ ਆਟਾ ਗੁੰਨਦੀਆਂ ਆ ਔਰ ਉਹਦੀ ਰੋਟੀ ਬਣਾਉਂਦੀਆਂ, ਔਰ ਫਿਰ ਅਸੀਂ ਰੋਟੀ ਖਾਂਦੇ ਹਾਂ। ਯਾਨੀ ਕਿ ਤੁਸੀਂ ਦੇਖੋ, ਇਸ ਪੂਰੀ ਇੱਕ ਰੋਟੀ ਖਾਣ ਦੀ ਪ੍ਰਕਿਰਿਆ ਦੇ ਵਿੱਚ ਕਿਸਾਨ ਦੇ ਬੀਜ ਬੀਜਣ ਤੋਂ ਲੈ ਕੇ ਫਸਲ ਕੱਟਣ ਤੋਂ ਲੈ ਕੇ ਤੇ ਕਿੰਨੇ ਹੱਥਾਂ ਦੇ ਵਿੱਚ ਉਹ ਜਿਹੜਾ ਕਣਕ ਦਾ ਦਾਣਾ ਹੈ ਉਹ ਨਿਕਲ ਕੇ ਸਾਡੀ ਰਸੋਈ ਦੇ ਵਿੱਚ ਆਉਂਦਾ ਹੈ। ਔਰ ਜਿਹੜੀਆਂ ਆਟਾ ਵੇਚਣ ਵਾਲੀਆਂ ਵੱਡੀਆਂ ਵੱਡੀਆਂ ਕੰਪਨੀਜ਼ ਆ ਉਹ ਵੀ ਕਿਸਾਨਾਂ ਕੋਲੋਂ ਸਿੱਧੇ ਕਣਕ ਖਰੀਦ ਕੇ ਫਿਰ ਉਸ ਨੂੰ ਸਾਫ਼ ਕਰਕੇ ਦੈਨ ਉਹਦਾ ਆਟਾ ਜਿਹੜਾ ਪੀਸ ਕੇ ਉਹਨੂੰ ਥੈਲੀਆਂ ਦੇ ਵਿੱਚ ਬੰਦ ਕਰਕੇ ਮਾਰਕੀਟ ਦੇ ਵਿੱਚ ਭੇਜ ਦਿੰਦੇ ਆ। ਵੈਸੇ ਇਹ ਸਾਰਾ ਜਿਹੜਾ ਜੋ ਕੁਛ ਸਿਸਟਮ ਹੈ ਇਹ ਸਾਨੂੰ ਜਿਹੜੀ ਨਿਊ ਇਕਨੋਮਿਕ ਪਾਲਿਸੀ ਹੈ ਉਹਦੀ ਦੇਣ ਹੈ। ਇਹ ਕੋਈ ਬਹੁਤ ਹੀ ਵਧੀਆ ਸਿਸਟਮ ਨਹੀਂ ਹੈ। ਸਾਡਾ ਪੰਜਾਬ ਦਾ ਜੋ ਸੱਭਿਆਚਾਰ ਹੁੰਦਾ ਸੀ ਜਾਂ ਅਜੇ ਵੀ ਹੈ ਬਹੁਤ ਘਰਾਂ ਦੇ ਵਿੱਚ ਕਿ ਹਰ ਸਾਲ ਕਣਕ ਲੈ ਕੇ ਡਰਮ ਦੇ ਵਿੱਚ ਜਿਹੜੀ ਸਟੋਰ ਕੀਤੀ ਜਾਂਦੀ ਹੈ, ਔਰ ਉਸ ਕਣਕ ਨੂੰ ਫਿਰ ਸਮੇਂ ਦੇ ਸਮੇਂ ਡਰਮ ਦੇ ਵਿੱਚੋਂ ਕੱਢ ਕੇ ਉਹਦਾ ਆਟਾ ਪਿਸਾ ਕੇ ਜਿਹੜਾ ਉਹ ਰੋਟੀ ਖਾਧੀ ਜਾਂਦੀ ਹੈ। ਸੋ ਇਹ ਜਿਹੜਾ ਬਾਜ਼ਾਰ ਵਿਕਣ ਵਾਲੀਆਂ ਥੈਲੀਆਂ ਦਾ ਕਲਚਰ ਹੈ, ਘੱਟੋ ਘੱਟ ਸਾਡਾ ਪੰਜਾਬੀ ਕਲਚਰ ਇਹ ਨਹੀਂ ਸੀਗਾ। ਸੋ ਖੈਰ, ਸੋ ਕੱਚੇ ਮਾਲ ਨੂੰ ਤਿਆਰ ਮਾਲ ਦੇ ਵਿੱਚ ਤਿਆਰ ਕਰਨਾ ਉਹ ਹੋ ਗਿਆ ਨਿਰਮਾਣ, ਔਰ ਜਿਸ ਜਗ੍ਹਾ ਦੇ ਉੱਪਰ ਇਹ ਨਿਰਮਾਣ ਹੁੰਦਾ ਆ ਉਸ ਨੂੰ ਅਸੀਂ ਉਦਯੋਗ ਕਹਿੰਦੇ ਹਾਂ, ਇੰਡਸਟਰੀ ਕਹਿੰਦੇ ਹਾਂ। ਉਦਾਹਰਨਾਂ ਨੋਟ ਕਰ ਲਓ। ਸਭ ਤੋਂ ਪਹਿਲਾਂ ਅਸੀਂ ਕਪਾਹ ਜਿਹੜੀ ਚੁਗਦੇ ਹਾਂ ਉਸ ਤੋਂ ਕੱਪੜਾ ਤਿਆਰ ਕੀਤਾ ਜਾਂਦਾ। ਪਹਿਲਾਂ ਉਹਦੀਆਂ ਜਿਹੜੀਆਂ ਵੜੇਵੇਂ ਅੱਡ ਕੀਤੇ ਜਾਂਦੇ ਆ ਕਪਾਹ ਦੇ ਵਿੱਚੋਂ, ਫਿਰ ਰੂੰ ਦਾ ਧਾਗਾ ਬਣਾਇਆ ਜਾਂਦਾ ਆ ਤਕਲੀ ਦੇ ਉੱਪਰ। ਸਪਿੰਡਲਸ, ਵੱਡੀਆਂ ਵੱਡੀਆਂ ਫੈਕਟਰੀਜ਼ ਦੇ ਵਿੱਚ ਜਿਹੜੀਆਂ ਕਾਟਨ ਟੈਕਸਟਾਈਲ ਇੰਡਸਟਰੀ ਆ, ਹੱਥ ਖੱਡੀ ਦਾ ਵੀ ਕੱਪੜਾ ਬਣਦਾ। ਅਸੀਂ ਸੂਤੀ ਕੱਪੜਾ ਉਦਯੋਗ ਵਾਲੇ ਟੌਪਿਕ 'ਤੇ ਡਿਸਕਸ ਕਰਾਂਗੇ। ਸੋ
ਕਪਾਹ ਤੋਂ ਕੱਪੜਾ ਤਿਆਰ ਕਰਨਾ, ਸੋ ਕਪਾਹ ਹੋ ਗਿਆ ਪ੍ਰਾਇਮਰੀ ਸੈਕਟਰ ਦਾ ਇੱਕ ਮਟੀਰੀਅਲ, ਇੱਕ ਫਸਲ ਹੈ। ਉਸ ਤੋਂ ਬਾਅਦ ਜਿਸ ਜਗ੍ਹਾ ਦੇ ਉੱਪਰ ਉਸ ਰੂੰ ਤੋਂ ਧਾਗਾ ਤਿਆਰ ਕਰਕੇ ਤੇ ਕੱਪੜਾ ਤਿਆਰ ਕੀਤਾ ਜਾਂਦਾ ਉਹ ਹੋ ਗਈ ਤੁਹਾਡੀ ਇੰਡਸਟਰੀ ਜਾਂ ਕਾਰਖਾਨਾ, ਜਾਂ ਹਿੰਦੀ 'ਚ ਅਸੀਂ ਉਹਨੂੰ ਉਦਯੋਗ ਕਹਿੰਦੇ ਹਾਂ। ਇਹਦੇ ਇਲਾਵਾ ਗੰਨੇ ਤੋਂ ਖੰਡ ਬਣਾਉਣਾ, ਲੱਕੜੀ ਦੀ ਜਿਹੜੀ ਪਲਪ ਹੈ, ਲੁਗਦੀ ਹੈ, ਉਸ ਤੋਂ ਕਾਗਜ਼ ਦਾ ਨਿਰਮਾਣ ਕਰਨਾ ਜਾਂ ਗੱਤੇ ਦਾ ਨਿਰਮਾਣ ਕਰਨਾ। ਜਿਹੜਾ ਮਿਨਰਲ ਆਇਲ ਹੈ ਸਾਡਾ, ਜਿਹੜਾ ਅਸੀਂ ਜੋ ਖਣਿਜ ਤੇਲ ਕੱਢਦੇ ਹਾਂ ਜ਼ਮੀਨ ਦੇ ਵਿੱਚੋਂ, ਉਸ ਤੋਂ ਪੈਟਰੋਲੀਅਮ, ਵੈਕਸ, ਡੀਜ਼ਲ ਔਰ ਜਿੰਨੇ ਵੀ ਉਹਦੇ ਬਾਈ ਪ੍ਰੋਡਕਟ ਹੈ, ਐਂਡ ਦਾ ਜਿਹੜਾ ਪ੍ਰੋਡਕਟ ਬਚਦਾ ਹੈ ਉਹ ਲੁਕਮੜ ਬਚਦੀ ਹੈ ਜਾਂ ਕੋਲ ਤਾਰ ਅਸੀਂ ਕਹਿੰਦੇ ਹਾਂ, ਇਹ ਸਾਰਾ ਜਿਹੜਾ ਹੈ ਉਹ ਖਣਿਜ ਤੇਲ ਤੋਂ ਤਿਆਰ ਕੀਤਾ ਜਾਂਦਾ। ਸੋ ਜਿੰਨੇ ਵੀ ਸਾਡੇ ਇਹ ਨੈਚੁਰਲ ਰਿਸੋਰਸਿਸ ਆ, ਕੁਦਰਤੀ ਸੋਮੇ, ਉਹਨੂੰ ਅਲੱਗ-ਅਲੱਗ ਕਿਰਿਆਵਾਂ ਨਾਲ ਡਿਫਰੈਂਟ ਪ੍ਰੋਸੈਸਿਸ ਨਾਲ ਜਿਹੜਾ ਅਸੀਂ ਵਰਤਨਯੋਗ ਪਦਾਰਥ 'ਚ ਜਦੋਂ ਤਬਦੀਲ ਕਰਦੇ ਹਾਂ ਫਿਰ ਉਹਨੂੰ ਅਸੀਂ ਨਿਰਮਾਣ ਕਹਿੰਦੇ ਹਾਂ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਨਸੈਪਟ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਵੇਗਾ ਕਿ ਨਿਰਮਾਣ ਤੇ ਉਦਯੋਗ ਦੇ ਵਿੱਚ ਕੀ ਅੰਤਰ ਹੈ, ਕੀ ਫਰਕ ਹੈ। ਸੋ ਨਿਰਮਾਣ ਜਾਂ ਮੈਨੂਫੈਕਚਰਿੰਗ ਹੋ ਗਈ ਟੂ ਕਨਵਰਟਿੰਗ the raw material into the finished goods, and the establishment where this conversion of raw material to the finished good is taken place, that place is particularly called the industry. So you must remember the difference between the manufacturing and the industry. So ਚਲੋ ਅੱਗੇ ਚੱਲਦੇ ਹਾਂ। ਹੁਣ ਇਹ ਉਹੀ ਕੁਐਸਚਨ ਤੁਹਾਡੇ ਸਾਹਮਣੇ ਦੁਬਾਰਾ ਆ ਗਿਆ ਕਿ ਉਦਯੋਗ ਉਹ ਆਰਥਿਕ ਪ੍ਰਕਿਰਿਆ ਹੈ ਜਿਸ ਵਿੱਚ ਉਦਯੋਗਾਂ 'ਚ ਕੱਚੇ ਮਾਲ ਤੋਂ ਤਿਆਰ ਮਾਲ ਤਿਆਰ ਕੀਤਾ ਜਾਂਦਾ, ਜਾਂ ਉਦਯੋਗ ਉਹ ਸਥਾਨ ਹੈ ਜਿਸ ਜਗ੍ਹਾ 'ਤੇ ਨਿਰਮਾਣ ਕੀਤਾ ਜਾਂਦਾ ਹੈ, ਚਾਹੇ ਉਹ ਖੰਡ ਦੀ ਫੈਕਟਰੀ ਹੈ, ਚਾਹੇ ਉਹ ਸਟੀਲ ਦੀ ਫੈਕਟਰੀ ਹੈ, ਚਾਹੇ ਉਹ ਕੱਪੜੇ ਦੀ ਫੈਕਟਰੀ ਹੈ, ਚਾਹੇ ਉਹ ਲੈਪਟਾਪ ਬਣਾਉਣ ਦੀ ਫੈਕਟਰੀ ਹੈ, ਜਾਂ ਕੁਛ ਵੀ ਹੈ, ਤੁਹਾਡਾ ਸ਼ੂਜ਼ ਬਣਦੇ ਆ, ਜਿਹੜੇ ਬੂਟ ਅਸੀਂ ਪਾਉਂਦੇ ਹਾਂ, ਚਾਹੇ ਉਹ ਲੈਦਰ ਦੇ ਆ, ਕੈਨਵਸ ਹੈ, ਸਪੋਰਟ ਸ਼ੂਜ਼ ਹੈ, ਕੱਪੜੇ ਦੇ ਬਣਦੇ ਆ, ਜੋ ਵੀ ਬਣਦੇ ਆ। ਸੋ ਉਹ ਸਾਰਾ ਕੁਛ ਕਿਸੇ ਨਾ ਕਿਸੇ ਜਗ੍ਹਾ ਦੇ ਉੱਪਰ ਅਕਸਰ ਤਿਆਰ ਹੁੰਦਾ ਹੈ। ਸੋ ਜਿਸ ਜਗ੍ਹਾ ਦੇ ਉੱਪਰ ਤਿਆਰ ਹੁੰਦਾ ਉਹਨੂੰ ਅਸੀਂ ਕਾਰਖਾਨਾ ਕਹਿੰਦੇ ਹਾਂ, ਉਦਯੋਗ ਕਹਿੰਦੇ ਹਾਂ, ਜਾਂ ਇੰਡਸਟਰੀ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ। ਚਲੋ ਹੁਣ ਗੱਲ ਕਰਦੇ ਹਾਂ ਆਪਾਂ ਇਹਨਾਂ ਦਾ ਜਿਹੜਾ ਕਲਾਸੀਫਿਕੇਸ਼ਨ ਹੈ, ਹਾਊ ਇੰਡਸਟਰੀਜ਼ ਆਰ ਕਲਾਸੀਫਾਈਡ into different categories on the different basis. So let us start. ਸਭ ਤੋਂ ਪਹਿਲਾਂ ਮਜ਼ਦੂਰਾਂ ਦੀ ਗਿਣਤੀ ਦੇ ਆਧਾਰ ਤੇ ਤੁਸੀਂ ਦੇਖੋ ਕਿ ਜਿਹੜਾ ਮਜ਼ਦੂਰਾਂ ਦੀ ਗਿਣਤੀ ਦੇ ਆਧਾਰ ਦੇ ਉੱਤੇ ਜਿਹੜਾ ਵਰਗੀਕਰਨ ਹੈ ਉਹ ਆਪਾਂ ਸਭ ਤੋਂ ਪਹਿਲਾਂ ਕਰਦੇ ਹੈਗੇ ਆ। ਔਨ ਦਾ ਬੇਸਿਸ ਆਫ ਲੇਬਰ, ਉਹ ਉਦਯੋਗ ਜਿਨ੍ਹਾਂ ਦੇ ਵਿੱਚ ਮਜ਼ਦੂਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇ ਉਹ ਲਾਰਜ ਸਕੇਲ ਇੰਡਸਟਰੀ ਜਾਂ ਵੱਡੇ ਪੈਮਾਨੇ ਦੇ ਉਦਯੋਗ ਕਹੇ ਜਾਂਦੇ ਆ। ਸੋ 3 ਕੈਟਾਗਰੀ ਦੇ ਵਿੱਚ ਅਸੀਂ ਡਿਵਾਈਡ ਕਰਦੇ ਹਾਂ ਮਜ਼ਦੂਰਾਂ ਦੀ ਗਿਣਤੀ ਦੇ ਆਧਾਰ ਤੇ ਇੰਡਸਟਰੀ ਨੂੰ, ਔਨ ਦਾ ਬੇਸਿਸ ਆਫ number of labor which actually work into that industry. So large scale industry is your cotton textile and iron and steel, jute industry. ਇਹ 3 ਕੁਛ ਜਿਹੜੇ ਉਦਯੋਗ ਹੈ, ਸੂਤੀ ਕੱਪੜਾ ਉਦਯੋਗ, ਪਟਸਨ ਉਦਯੋਗ, ਲੋਹਾ ਤੇ ਇਸਪਾਤ, ਇਹਦੇ ਵਿੱਚ ਬਹੁਤ ਜ਼ਿਆਦਾ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ। ਸੋ ਇਹ ਲਾਰਜ ਸਕੇਲ ਇੰਡਸਟਰੀਜ਼ ਹੈਗੀਆਂ ਸਾਡੀਆਂ। ਦੂਸਰੇ ਨੰਬਰ ਤੇ ਹੈ ਮੀਡੀਅਮ ਸਕੇਲ ਇੰਡਸਟਰੀ, ਦਰਮਿਆਨੇ ਆਕਾਰ ਦੇ ਜਿਹੜੇ ਉਦਯੋਗ ਆ, ਦਰਮਿਆਨੇ ਪੈਮਾਨੇ ਦੇ ਉਦਯੋਗ, ਜਿਨ੍ਹਾਂ ਵਿੱਚ ਮਜ਼ਦੂਰਾਂ ਦੀ ਗਿਣਤੀ ਨਾ ਤੇ ਬਹੁਤ ਜ਼ਿਆਦਾ ਹੋਵੇ ਨਾ ਬਹੁਤ ਘੱਟ ਹੋਵੇ। ਜਿਵੇਂ ਸਾਈਕਲ ਇੰਡਸਟਰੀ ਸਾਡੀ ਲੁਧਿਆਣੇ ਦੀ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ। ਫਿਰ ਬਿਜਲੀ ਯੰਤਰ ਜਿਹੜੇ ਇਲੈਕਟ੍ਰੋਨਿਕ ਇਕਵਿਪਮੈਂਟਸ ਬਣਦੇ ਆ, ਕਪੂਰਥਲਾ ਦੇ ਵਿੱਚ SSK ਦੀ ਫੈਕਟਰੀ ਆ, ਤੁਹਾਨੂੰ ਅਗਰ ਪਤਾ ਹੋਵੇ ਤਾਂ। ਟੈਲੀਵਿਜ਼ਨ ਉਦਯੋਗ, ਅੱਜ ਕੱਲ੍ਹ ਤੇ LEDs ਬਣਨ ਲੱਗ ਗਈਆਂ। ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਮੋਟੇ ਢਿੱਡ ਵਾਲੇ TV ਆਉਂਦੇ ਹੁੰਦੇ ਸੀ, ਬਲੈਕ ਐਂਡ ਵਾਈਟ ਟਿਊਬਾਂ ਵਾਲੇ, ਜਿਹੜੇ ਚੱਲਣ ਲੱਗਿਆ ਵੀ ਗਰਮ ਹੋਣ ਲੱਗਿਆ ਵੀ 5 ਮਿੰਟ ਲਾ ਦਿੰਦੇ ਸੀਗੇ। ਸੋ ਪਿਛਲੇ ਕੁਛ 30 ਸਾਲਾਂ ਦੇ ਵਿੱਚ ਜਿਹੜਾ ਟੈਲੀਵਿਜ਼ਨ ਇੰਡਸਟਰੀ ਉਹਦੇ ਵਿੱਚ ਇੱਕ ਪੂਰੀ ਤਰ੍ਹਾਂ ਨਾਲ ਕ੍ਰਾਂਤੀਕਾਰੀ ਬਦਲਾਅ ਆ ਚੁੱਕਾ ਹੈ। ਹੁਣ ਉਹ ਬਿਲਕੁਲ ਸਲਿਮ ਜਿਹੜੇ ਆ ਉਹ ਪਤਲੇ ਜਿਹੜੇ TV LEDs ਬਣਦੀਆਂ, ਔਰ ਜ਼ਿਆਦਾ ਕੋਸਟਲੀ ਵੀ ਨਹੀਂ ਹੈ, ਉਹਨਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਨਹੀਂ ਹੈ। ਖੈਰ, ਸੋ ਇਹ ਸਾਰੇ ਆ ਗਏ ਮੀਡੀਅਮ ਸਕੇਲ ਇੰਡਸਟਰੀਜ਼। ਤੀਸਰੇ ਨੰਬਰ ਤੇ ਆ ਗਏ ਸਮਾਲ ਸਕੇਲ ਇੰਡਸਟਰੀ ਜਾਂ ਛੋਟੇ ਪੈਮਾਨੇ ਦੇ ਉਦਯੋਗ, ਜਿਨ੍ਹਾਂ ਦੇ ਵਿੱਚ ਬਹੁਤ ਥੋੜ੍ਹੇ ਮਜ਼ਦੂਰ ਜਿਹੜੇ ਕੰਮ ਕਰਦੇ ਆ, ਘਰਾਂ ਦੇ ਵਿੱਚ ਜਿਹੜੇ ਚਲਾਏ ਜਾਂਦੇ ਨਿੱਜੀ ਪੱਧਰ ਦੇ ਉੱਤੇ। ਸੋ ਔਨ ਦਾ ਬੇਸਿਸ ਆਫ ਲੇਬਰ ਅਸੀਂ 3 ਹਿੱਸਿਆਂ ਦੇ ਵਿੱਚ ਜਿਹੜੀ ਇੰਡਸਟਰੀ ਨੂੰ ਕਲਾਸੀਫਾਈ ਕਰ ਲਿਆ। ਲਾਰਜ ਸਕੇਲ, ਜਿਹਦੇ ਵਿੱਚ ਕਾਟਨ ਟੈਕਸਟਾਈਲ, ਆਇਰਨ ਐਂਡ ਸਟੀਲ। ਮੀਡੀਅਮ ਸਕੇਲ, ਜਿਹਦੇ ਵਿੱਚ ਸਾਈਕਲ, ਬਿਜਲਈ ਯੰਤਰ ਯਾਨੀ ਕਿ ਇਲੈਕਟ੍ਰੋਨਿਕ ਇਕਵਿਪਮੈਂਟਸ ਔਰ ਟੈਲੀਵਿਜ਼ਨ ਉਦਯੋਗ ਆ ਗਿਆ। ਔਰ ਸਮਾਲ ਸਕੇਲ ਦੇ ਵਿੱਚ ਆ ਗਏ ਸੀ ਜਿਹੜੇ ਸਾਡੇ ਪਰਸਨਲ, ਜਿਹੜੇ ਥੋੜ੍ਹੇ ਮਜ਼ਦੂਰਾਂ ਨਾਲ ਉਦਯੋਗ ਜਿਹੜੇ ਚਲਾਏ ਜਾਂਦੇ ਆ। ਆਲਮੋਸਟ ਘਰਾਂ ਦੇ ਵਿੱਚ ਵੀ ਤੁਸੀਂ ਲੁਧਿਆਣਾ ਜਾਂ ਅੰਮ੍ਰਿਤਸਰ ਦੇਖੋ, ਜਲੰਧਰ ਦੇਖ ਲਓ, ਕਾਫੀ ਇਹੋ ਜਿਹੀ ਛੋਟੇ ਉਦਯੋਗ ਹੈ ਜਿਹੜੇ ਬਹੁਤ ਥੋੜ੍ਹੇ ਮਜ਼ਦੂਰਾਂ ਦੀ ਗਿਣਤੀ ਨਾਲ ਚਲਾਏ ਜਾਂਦੇ। ਸੋ ਸਮਾਲ ਸਕੇਲ ਇੰਡਸਟਰੀਜ਼ ਹੈਗੀ ਆ। ਦੈਨ ਔਨ ਦਾ ਬੇਸਿਸ ਆਫ ਪ੍ਰੋਡਕਟ, ਕੱਚੇ ਮਾਲ ਤੇ ਤਿਆਰ ਮਾਲ ਦੇ ਆਧਾਰ ਤੇ ਉਦਯੋਗਾਂ ਦਾ ਵਰਗੀਕਰਨ ਕਿਸ ਤਰ੍ਹਾਂ ਕੀਤਾ ਜਾਣਾ ਹੈ। ਸਭ ਤੋਂ ਪਹਿਲਾਂ ਹੈਵੀ ਇੰਡਸਟਰੀਜ਼।
ਹੈਵੀ ਇੰਡਸਟਰੀ ਉਹ ਹੈ ਜਿਹਦੇ ਵਿੱਚ ਬਹੁਤ ਭਾਰਾ ਕੱਚਾ ਮਾਲ ਵਰਤਿਆ ਜਾਂਦਾ, ਜਿਹਦਾ weight, ਜਿਹਦਾ ਭਾਰ ਬਹੁਤ ਜ਼ਿਆਦਾ ਹੈ, ਜਿਸ ਤਰ੍ਹਾਂ ਲੋਹਾ ਤੇ ਇਸਪਾਤ। ਸੋ ਆਇਰਨ ਐਂਡ ਸਟੀਲ ਦਾ ਜਿਹੜਾ weight ਹੈ, ਜੋ ਭਾਰ ਹੈ, ਉਹ ਸਭ ਤੋਂ ਜ਼ਿਆਦਾ ਹੈ। ਇਸ ਕਰਕੇ ਇਸ ਇੰਡਸਟਰੀ ਨੂੰ ਅਸੀਂ ਹੈਵੀ ਇੰਡਸਟਰੀ ਕਹਿੰਦੇ ਹਾਂ। ਦੂਸਰੇ ਨੰਬਰ ਤੇ ਹੈ ਲਾਈਟ ਇੰਡਸਟਰੀ, ਹਲਕੇ ਉਦਯੋਗ, ਜਿਨ੍ਹਾਂ ਦੇ ਵਿੱਚ ਜਿਹੜਾ ਕੱਚਾ ਮਾਲ ਵਰਤਿਆ ਜਾਂਦਾ ਉਹਦਾ ਭਾਰ ਜ਼ਿਆਦਾ ਨਹੀਂ ਹੁੰਦਾ, ਜਿਵੇਂ ਤੁਹਾਡੇ ਫੈਨ, ਪੱਖੇ, ਸਿਲਾਈ ਮਸ਼ੀਨਾਂ, ਇਹਨਾਂ ਦੇ ਉਦਯੋਗ। ਸੋ ਇਹ ਹੋ ਗਏ ਲਾਈਟ ਇੰਡਸਟਰੀਜ਼ ਜਾਂ ਹਲਕੇ ਉਦਯੋਗ। ਤੀਸਰੇ ਨੰਬਰ ਤੇ ਜਿਹੜਾ ਵਰਗੀਕਰਨ ਹੈ ਉਹ ਹੈ ਮਾਲਕੀਅਤ ਦੇ ਆਧਾਰ ਤੇ, ਔਨ ਦ ਬੇਸਿਸ ਆਫ ਓਨਰਸ਼ਿਪ। ਸਭ ਤੋਂ ਪਹਿਲਾਂ ਪ੍ਰਾਈਵੇਟ ਉਦਯੋਗ ਜਾਂ ਨਿੱਜੀ ਉਦਯੋਗ, ਉਹ ਉਦਯੋਗ ਜਾਂ ਉਹ ਕਾਰਖਾਨੇ, ਉਹ ਫੈਕਟਰੀਆਂ ਜਿਹੜੀਆਂ ਨਿੱਜੀ ਹੱਥਾਂ ਦੇ ਵਿੱਚ ਹੋਣ, ਜਿਹਦਾ ਜਿਹੜਾ ਐਂਟਰਪ੍ਰੇਨਿਓਰ ਹੈ, ਜੋ ਕੰਮ ਕਰਨ ਵਾਲਾ, ਜੋ ਮਾਲਿਕ ਹੈ, ਉਹ ਇੱਕ ਨਿੱਜੀ ਇਨਸਾਨ ਹੈ, ਪਰਸਨਲ ਕੈਪੈਸਿਟੀ ਦੇ ਉੱਪਰ ਉਹਨੇ ਆਪਣਾ ਪੂਰਾ ਦਾ ਪੂਰਾ ਜਿਹੜਾ ਐਮਪਾਇਰ ਹੈ ਇੰਡਸਟਰੀ ਦਾ ਉਹ ਖੜਾ ਕੀਤਾ ਹੈ ਨਿੱਜੀ ਹੱਥਾਂ ਦੇ ਵਿੱਚ। ਉਹ ਸਾਰੇ ਉਦਯੋਗ ਜਿਹੜੇ ਪ੍ਰਾਈਵੇਟ ਉਦਯੋਗ ਅਖਵਾਉਂਦੇ ਆ, ਉਹਨਾਂ ਦੀ ਬੈਸਟ ਐਗਜ਼ਾਮਪਲ ਅਗਰ ਤੁਸੀਂ ਸਮਝਣੀ ਆ ਤੇ ਇਸ ਵਕਤ ਰਿਲਾਇੰਸ ਅੰਬਾਨੀ ਗਰੁੱਪ ਜਿਹੜਾ ਹੈ, ਅਨਿਲ ਅੰਬਾਨੀ ਔਰ ਉਹਦੇ ਵੱਡੇ ਭਾਈ ਜਿਹੜੇ ਆ ਮੁਕੇਸ਼ ਅੰਬਾਨੀ, ਇਹਨਾਂ ਦਾ ਜਿੰਨਾ ਵੀ ਉਦਯੋਗ ਸੈਟਅਪ ਹੈ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਹੈ। ਇਸ ਤੋਂ ਇਲਾਵਾ ਟਾਟਾ ਇਸ ਦੇਸ਼ ਦੀ ਸਭ ਤੋਂ ਪੁਰਾਣੀ, ਇੱਕ ਤਰ੍ਹਾਂ ਨਾਲ ਕਹੀ ਜਾ ਸਕਦੀ ਹੈ ਕਿ ਜਿਹੜੀ ਸਭ ਤੋਂ ਵੱਡੀ ਪ੍ਰਾਈਵੇਟ ਕੰਪਨੀ ਹੈ। ਫਿਰ ਅਡਾਨੀ, ਗੌਤਮ ਅਡਾਨੀ ਦੀ ਜਿਹੜੀ ਕੰਪਨੀ ਆ, ਜਿਹਦੇ ਫੋਰਚੂਨ ਤੇਲ ਔਰ ਆਟਾ ਤੁਸੀਂ ਇਸਤੇਮਾਲ ਕਰਦੇ ਹੋ। ਬਿਲਕੁਲ ਡਿਮਾਂਡ ਜਿਹੜੀ ਉਹ ਨੀਚੇ ਆ ਗਈ, ਲੋਕਾਂ ਦੀ ਕਮਾਈਆਂ ਵੀ ਘਟ ਗਈਆਂ। ਸੋ ਹੁਣ ਜਾ ਕੇ ਇਸ ਸਾਲ ਦੇ ਜਦੋਂ ਅੰਤ ਵਿੱਚ ਨਵਾਂ ਸਾਲ ਸਾਡਾ ਸ਼ੁਰੂ ਹੋ ਗਿਆ, ਤਾਂ ਹੁਣ ਜਾ ਕੇ ਜਿਹੜਾ ਸਾਡਾ ਆਟੋਮੋਬਾਈਲ ਸੈਕਟਰ ਹੈ, ਕਾਰਾਂ ਦੀ ਵਿਕਰੀ, ਮੋਟਰਸਾਈਕਲ ਦੀ, ਸਕੂਟਰ ਦੀ ਵਿਕਰੀ, ਇਹਦੇ ਵਿੱਚ ਕੁਛ ਜਿਹੜੀ ਉਹ ਤੇਜ਼ੀ ਆ ਰਹੀ ਆ। ਪਰ ਅਜੇ ਵੀ ਸਾਡੀ ਇਕੋਨਮੀ ਜਿਹੜੀ ਹੈ ਉਹ ਤੁਸੀਂ ਦੇਖੋ ਕਿ ਲਾਕਡਾਊਨ ਦੀ ਵਜ੍ਹਾ ਨਾਲ ਸਾਡਾ ਜਿਹੜਾ ਟੋਟਲ ਗਰੋਥ ਹੈ ਇਕੋਨਮੀ ਦੀ, ਉਹ 23.9% ਜਿਹੜੀ ਉਹ ਨੀਚੇ ਆ ਗਈ, ਮਾਈਨਸ ਦੇ ਵਿੱਚ ਚਲੀ ਗਈ। ਔਰ ਜਿੰਨਾ ਵੀ ਸਾਡਾ ਅਨਆਰਗੇਨਾਈਜ਼ਡ ਸੈਕਟਰ ਸੀਗਾ, ਜਿਹਦੇ ਵਿੱਚ ਸਾਡਾ ਕੋਈ ਰੇੜੀ ਵਾਲਾ ਹੈ, ਕੋਈ ਚਾਹ ਵੇਚ ਰਿਹਾ ਆ ਔਰ ਨਾਲ ਆਂਡਾ ਵੇਚ ਰਿਹਾ, ਨਾਲ ਮੱਠੀ ਵੇਚ ਰਿਹਾ ਇੱਕ ਸੜਕ ਦੇ ਕਿਨਾਰੇ ਦੇ ਉੱਪਰ, ਉਹ ਸਾਰਿਆਂ ਦਾ ਜਿਹੜਾ ਕਾਰੋਬਾਰ ਹੈ ਉਹਦਾ ਲੱਕ ਟੁੱਟ ਗਿਆ ਇਸ ਤਾਲਾਬੰਦੀ ਦੀ ਵਜ੍ਹਾ ਨਾਲ, ਇਸ ਕਰੋਨਾ ਕਰਕੇ। ਕੁਛ ਪਹਿਲਾਂ ਨੋਟਬੰਦੀ ਦੀ ਵਜ੍ਹਾ ਨਾਲ, ਫਿਰ GST ਦੀ ਵਜ੍ਹਾ ਨਾਲ, ਔਰ ਕੁਛ ਫਿਰ ਇਹ ਕਰੋਨਾ ਦੀ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਉਹ ਕਰੋਨਾ ਨੇ ਪੂਰੀ ਕਰਤੀ। ਤਾਂ ਸਾਡੀ ਪੂਰੀ ਦੀ ਪੂਰੀ ਇਕੋਨਮੀ ਜਿਹੜੀ ਹੈ ਉਹ ਇਸ ਵਕਤ ਡਾਊਨ ਜਾ ਰਹੀ ਹੈ। ਔਰ ਕਰੋਨਾ ਦਾ ਅਸਰ ਤੇ ਪੂਰੀ ਦੁਨੀਆ ਦੀ ਇਕੋਨਮੀ ਦੇ ਪਿਆ, ਸਿਰਫ ਭਾਰਤ ਦੀ ਇਕੋਨਮੀ ਤੇ ਨਹੀਂ ਪਿਆ। ਪੂਰੀ ਦੁਨੀਆ ਦੀ ਇਕੋਨਮੀ ਜਿਹੜੀ ਹੈ ਉਹ ਕਰੋਨਾ ਪੈਂਡੇਮਿਕ ਦੀ ਵਜ੍ਹਾ ਦੇ ਨਾਲ ਜਿਹੜੀ ਹੈ ਉਹ ਬਹੁਤ ਨੀਚੇ ਗਈ ਹੈ। ਇਸ ਵਕਤ ਇੱਕ ਸਾਡੀ ਆਰਥਿਕ ਮੰਦੀ ਦਾ ਦੌਰ ਜੋ ਹੈ, ਰਿਸੈਸ਼ਨ ਦਾ ਦੌਰ ਸਾਡੇ ਦੇਸ਼ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ। ਸ਼ਾਇਦ ਜਦੋਂ 2008 ਔਰ 2009 ਦੇ ਵਿੱਚ ਜਦੋਂ ਡਿਪਰੈਸ਼ਨ ਆਇਆ ਸੀ, ਮੰਦੀ ਆਈ ਸੀ, ਤਾਂ ਅਸੀਂ ਕਾਫੀ ਹੱਦ ਤੱਕ ਉਸ ਤੋਂ ਬਚ ਗਏ ਸੀਗੇ। ਪਰ ਅੱਜ ਸਾਡੇ ਟੋਟਲ ਅਨਆਰਗੇਨਾਈਜ਼ਡ ਸੈਕਟਰ ਹੋਵੇ ਜਾਂ ਆਰਗੇਨਾਈਜ਼ਡ ਸੈਕਟਰ ਹੋਵੇ, ਸਾਰਿਆਂ ਦੀ ਜਿਹੜੀ ਇਕੋਨਮੀ ਹੈ, ਕਮਾਈਆਂ ਦੇ ਉੱਪਰ ਬਹੁਤ ਮਾੜਾ ਅਸਰ ਪਿਆ ਹੈ। ਖੈਰ, ਇਹ ਗੱਲ ਹੋ ਗਈ ਆਪਣੀ ਪ੍ਰਾਈਵੇਟ ਸੈਕਟਰ ਦੀ। ਦੂਸਰੇ ਨੰਬਰ ਤੇ ਹੁੰਦੀਆਂ ਪਬਲਿਕ ਸੈਕਟਰ ਇੰਡਸਟਰੀਜ਼। ਜਦੋਂ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ, ਤਾਂ ਸਾਡੇ ਜਿਹੜੇ ਉਸ ਟਾਈਮ ਦੇ ਉੱਪਰ ਪ੍ਰਧਾਨ ਮੰਤਰੀ ਸੀ ਮਰਹੂਮ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਦੀ ਸੋਚ ਸੀ ਕਿ ਜਿਹੜੀ ਬਿਗ ਵੱਡੀਆਂ ਇੰਡਸਟਰੀਜ਼ ਨੂੰ ਸੈਟਅਪ ਕੀਤਾ ਜਾਵੇ। ਸੋ ਭਾਰਤ ਦੇ ਹੈਵੀ ਇਲੈਕਟ੍ਰੀਕਲ ਲਿਮਿਟਿਡ ਹੋ ਗਿਆ, ਜਾਂ BHEL ਜਿਹਨੂੰ ਅਸੀਂ ਕਹਿੰਦੇ ਹਾਂ, ਇਸ ਤੋਂ ਇਲਾਵਾ BPCL, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ, ਇਹ ਨਵਰਤਨ ਕੰਪਨੀਆਂ ਜਿਹੜੀਆਂ ਵਾ ਸਰਕਾਰ ਨੇ ਉਸ ਟਾਈਮ ਦੇ ਉੱਪਰ ਐਸਟੈਬਲਿਸ਼ ਕੀਤੀਆਂ ਸੀਗੀਆਂ। ਕੋਲ ਇੰਡੀਆ ਲਿਮਿਟਿਡ, ਜਿੰਨੀਆਂ ਵੀ ਤੁਹਾਡੀਆਂ ਆਇਰਨ ਐਂਡ ਸਟੀਲ ਇੰਡਸਟਰੀ, ਹੈਵੀ ਇੰਡਸਟਰੀ ਜਿਹੜੇ ਵਿੱਚ ਜਿਹੜੀਆਂ ਜਿੰਨੀਆਂ ਵੀ ਲੱਗੇ ਪਲਾਂਟ, ਵੱਡੇ ਵੱਡੇ ਦੁਰਗਾਪੁਰ, ਬੋਕਾਰੋ, ਬਰਨਪੁਰ, ਇਹ ਸਾਰੇ ਉਸ ਟਾਈਮ ਦੇ ਉੱਪਰ ਲੱਗੇ ਸੀਗੇ। ਜਾਂ ਇਨਫੈਕਟ ਜਿਹੜੇ ਸਬਸੀਕੁਐਂਟ ਪ੍ਰਾਈਮ ਮਿਨਿਸਟਰ ਸਾਡੇ ਉਸ ਤੋਂ ਬਾਅਦ ਵਿੱਚ ਆਏ ਹੈ, ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਵਿੱਚ। ਸੋ ਪਬਲਿਕ ਸੈਕਟਰ ਦਾ ਇੱਕ ਮੋਟਿਵ ਜਿਹੜਾ ਜ਼ਰੂਰੀ ਹੁੰਦਾ ਹੈ, ਉਹ ਹੁੰਦਾ ਹੈ ਪਬਲਿਕ ਵੈਲਫੇਅਰ, ਕਿ ਲੋਕਾਂ ਦੀ ਭਲਾਈ ਕਰਨਾ। ਸੋ ਬੜੀਆਂ ਵੱਡੀਆਂ ਕਾਟਨ ਟੈਕਸਟਾਈਲ ਮਿਲਾਂ, ਬੜੀਆਂ ਵੱਡੀਆਂ ਲੋਹੇ ਦੀਆਂ ਮਿਲਾਂ ਇਹ ਲੱਗੀਆਂ ਉਸ ਟਾਈਮ ਦੇ ਉੱਪਰ, ਜਿਨ੍ਹਾਂ ਦਾ ਮੰਤਵ ਸੀ ਕਿ ਹਿੰਦੁਸਤਾਨ ਦੀ ਆਮ ਜਨਤਾ ਦਾ ਜਿਹੜਾ ਹੈ ਉਹ ਭਲਾ ਕੀਤਾ ਜਾਵੇ। ਪਰ ਤੁਸੀਂ ਕੁਝ ਪਿਛਲੇ 6 ਸਾਲਾਂ ਦੇ ਵਿੱਚ ਅਗਰ ਤੁਸੀਂ ਦੇਖੋ ਤਾਂ ਸਾਡੇ ਬੜੇ ਕਮਾਈ ਵਾਲੇ ਜਿਹੜੇ ਪਬਲਿਕ ਸੈਕਟਰ ਅੰਡਰਟੇਕਿੰਗ ਸੀਗੇ, ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤੇ ਗਏ ਆ। ਉਹਦੀ ਸਭ ਤੋਂ ਵੱਡੀ ਐਗਜ਼ਾਮਪਲ BSNL ਹੈ, ਭਾਰਤ ਸੰਚਾਰ ਨਿਗਮ ਲਿਮਿਟਿਡ, ਜਿਹੜੀ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਹੁੰਦਾ ਸੀ ਪਹਿਲਾਂ। ਉਸ ਤੋਂ ਬਾਅਦ ਵਿੱਚ 2004 ਦੇ ਵਿੱਚ BSNL ਜਿਹੜਾ ਉਹ ਬਣਾ ਦਿੱਤਾ ਗਿਆ।
ਪ੍ਰਮੋਦ ਮਹਾਜਨ ਸਾਹਿਬ ਉਦੋਂ ਵਾਜਪਾਈ ਸਾਹਿਬ ਦੀ ਸਰਕਾਰ ਸੀ ਔਰ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਹੁੰਦੇ ਸੀ ਉਸ ਟਾਈਮ, ਤੇ ਮੋਬਾਈਲ ਫੋਨ ਜਿਹੜੇ ਉਹ ਆ ਗਏ ਸੀਗੇ। ਸੋ ਉਸ ਟਾਈਮ ਦੇ ਉੱਪਰ BSNL ਇੱਕ ਪ੍ਰੋਫਿਟ ਮੇਕਿੰਗ ਕੰਪਨੀ ਸੀ, ਪਰ ਉਸ ਤੋਂ ਬਾਅਦ ਵਿੱਚ ਜਿੱਦਾਂ ਪ੍ਰਾਈਵੇਟ ਪਲੇਅਰ ਵੋਡਾਫੋਨ, ਹੱਚ ਔਰ ਏਅਰਟੈਲ ਔਰ ਉਸ ਤੋਂ ਬਾਅਦ ਜੀਓ, ਰਿਲਾਇੰਸ, ਇਹ ਜਿੰਨੀਆਂ ਵੀ ਕੰਪਨੀਆਂ ਜਦੋਂ ਫਿਰ ਨਵੀਆਂ ਆਈਆਂ ਪ੍ਰਾਈਵੇਟ, ਉਹ ਸਰਕਾਰੀ ਜਿਹੜੀ ਕੰਪਨੀ ਸੀਗੀ ਉਹ ਡਾਊਨ ਜਾਂਦੀ ਆਲਮੋਸਟ ਖਤਮ ਹੋਣ ਦੇ ਕੰਢੇ ਦੇ ਉੱਪਰ ਪਹੁੰਚ ਗਈ। ਸੋ ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟਿਡ, ਭਿਲਾਈ ਸਟੀਲ ਪਲਾਂਟ, ਦੁਰਗਾਪੁਰ ਸਟੀਲ ਪਲਾਂਟ, ਔਰ ਜਿਸ ਤਰ੍ਹਾਂ ਮੈਂ ਦੱਸਿਆ ਹਿੰਦੁਸਤਾਨ ਪੈਟਰੋਲੀਅਮ, ਭਾਰਤ ਪੈਟਰੋਲੀਅਮ, ਇਹ ਸਾਰੀਆਂ ਐਗਜ਼ਾਮਪਲਸ ਜਿਹੜੀਆਂ ਹੈ ਉਹ ਪਬਲਿਕ ਸੈਕਟਰ ਇੰਡਸਟਰੀਜ਼ ਦੀਆਂ ਆ। ਦੈਨ ਆ ਜਾਂਦਾ ਤੁਹਾਡੇ ਜੁਆਇੰਟ ਸੈਕਟਰ ਇੰਡਸਟਰੀ, ਉਹ ਉਦਯੋਗ ਜਿਹਦੇ ਵਿੱਚ ਪ੍ਰਾਈਵੇਟ ਤੇ ਪਬਲਿਕ ਦੋਨਾਂ ਦੀ ਸਾਂਝੇਦਾਰੀ ਹੁੰਦੀ ਹੈ, ਦੋਨਾਂ ਦੀ ਹਿੱਸੇਦਾਰੀ ਹੁੰਦੀ ਹੈ। ਔਰ ਜਿਸ ਤਰ੍ਹਾਂ ਗੁਜਰਾਤ ਐਲਕਲਾਈਨ, ਆਇਲ ਇੰਡੀਆ, ਗ੍ਰੀਨ ਗੈਸ ਲਿਮਿਟਿਡ, ਇਹ ਸਾਰੇ ਜੁਆਇੰਟ ਸੈਕਟਰ ਦੇ ਜਿਹੜੇ ਉਦਯੋਗ ਹੈਗੇ ਆ। ਫਿਰ ਹੁੰਦਾ ਕੋਆਪਰੇਟਿਵ ਸੈਕਟਰ, ਜਿਹੜੇ ਲੋਕੀ ਮਿਲ ਕੇ ਚਲਾਉਂਦੇ ਆ ਕੋਆਪਰੇਟਿਵ ਦੇ ਵਿੱਚ, ਆਪਸ ਕੋਆਪਰੇਸ਼ਨ ਦੇ ਨਾਲ। ਸੋ ਇਹਦੀ ਸਭ ਤੋਂ ਬੈਸਟ ਔਰ ਕਾਮਯਾਬ ਜਿਹੜੀ ਉਦਾਹਰਨ ਹੈ ਭਾਰਤ ਦੇ ਇਤਿਹਾਸ ਦੇ ਵਿੱਚ, ਉਹ ਹੈ ਅਮੂਲ ਆਨੰਦ ਮਿਲਕ ਯੂਨੀਅਨ ਲਿਮਿਟਿਡ, ਜਿਹੜੀ ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਵਿੱਚ ਵਰਗੀਸ ਕੁਰੀਅਨ ਦਾ ਨਾਮ ਇੱਕ ਫੇਮਸ ਨਾਮ ਹੈ, ਮਰਹੂਮ ਹੁਣ ਉਹ ਚਲਾਣਾ ਕਰ ਚੁੱਕੇ ਹੈ, ਇਸ ਦੁਨੀਆ ਤੇ ਨਹੀਂ ਰਹੇ, ਪਰ ਚਿੱਟੀ ਕ੍ਰਾਂਤੀ ਲਿਆਉਣ ਦੇ ਵਿੱਚ ਹਿੰਦੁਸਤਾਨ ਦੇ ਵਿੱਚ, ਵਾਈਟ ਰੈਵੋਲਿਊਸ਼ਨ ਆ, ਦੁੱਧ ਦੇ ਉਤਪਾਦਨ ਦੇ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੇ ਵਿੱਚ ਵਰਗੀਸ ਕੁਰੀਅਨ ਦਾ ਜਿਹੜਾ ਕੰਟਰੀਬਿਊਸ਼ਨ ਹੈ, ਯੋਗਦਾਨ ਹੈ, ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਔਰ ਇਹ ਅਮੂਲ ਕੰਪਨੀ ਤੁਸੀਂ ਦੇਖੋ ਕਿ ਅੱਜ ਜਿਹੜੇ ਦੁੱਧ ਜਾਂ ਉਸ ਤੋਂ ਬਣੀਆਂ ਹੋਈਆਂ ਜਿਹੜੀਆਂ ਵਸਤੂਆਂ ਆ, ਉਹਦਾ ਕਿੱਥੇ ਕਿੱਥੇ ਦੁਨੀਆ ਦੇ ਵਿੱਚ ਉਹਦਾ ਜਿਹੜਾ ਐਕਸਪੋਰਟ ਹੁੰਦਾ ਆ, ਔਰ ਅਸੀਂ ਸਾਰੇ ਵਰਤਦੇ ਹਾਂ। TV 'ਤੇ ਤੁਸੀਂ ਐਡ ਵੀ ਦੇਖਦੇ ਹੋਵੋਗੇ, ਅਮੂਲ ਦਾ ਟੇਸਟ ਆਫ ਇੰਡੀਆ, ਲਾਈਕ ਦੈਟ ਸੌਰਟ ਆਫ ਥਿੰਗ, ਅਮੂਲ ਦੁੱਧ ਪੀਤਾ ਹੈ ਇੰਡੀਆ। ਸੋ ਇਹ ਇੱਕ ਕੋਆਪਰੇਟਿਵ ਸੈਕਟਰ ਦੀ ਐਗਜ਼ਾਮਪਲ ਹੈ। ਇਸ ਤੋਂ ਇਲਾਵਾ ਮਦਰ ਡੇਅਰੀ, ਜਿਹਦੇ ਜ਼ਿਆਦਾਤਰ ਜਿਹੜੇ ਪ੍ਰੋਡਕਟ ਆ ਔਰ ਦੁੱਧ ਦੇ ਪੈਕਟ ਆ, ਤੁਸੀਂ ਦਿੱਲੀ ਦੇ ਵਿੱਚ ਅਗਰ ਜਾਓ ਤਾਂ ਦਿੱਲੀ ਦੇ ਵਿੱਚ ਮਦਰ ਡੇਅਰੀ ਦੇ ਪ੍ਰੋਡਕਟ ਬੜੇ ਫੇਮਸ ਹੈਗੇ ਆ। ਫਿਰ ਆ ਜਾਂਦੀ ਕਲਾਸੀਫਿਕੇਸ਼ਨ ਔਨ ਦਾ ਬੇਸਿਸ ਆਫ ਰॉ ਮਟੀਰੀਅਲ। ਇਹਦੇ ਵਿੱਚ ਤੁਸੀਂ ਦੇਖੋ ਕਿ ਉਹ ਸਾਰੇ ਉਦਯੋਗ ਜਿਨ੍ਹਾਂ ਦਾ ਕੱਚਾ ਮਾਲ ਖੇਤੀਬਾੜੀ ਤੋਂ ਆਉਂਦਾ ਹੈ, ਐਗਰੀਕਲਚਰ ਸੈਕਟਰ ਤੋਂ ਆਉਂਦਾ ਹੈ, ਉਹ ਸਾਰੇ ਜਿਹੜੇ ਐਗਰੋ ਬੇਸਡ ਇੰਡਸਟਰੀਜ਼ ਹੁੰਦੀਆਂ, ਜਿਸ ਤਰ੍ਹਾਂ ਖੰਡ ਤੋਂ ਗੰਨੇ ਤੋਂ ਖੰਡ ਬਣਾਉਣਾ, ਠੀਕ ਹੈ, ਕਪਾਹ ਤੋਂ ਕੱਪੜਾ ਬਣਾ ਲੈਣਾ, ਪਟਸਨ ਤੋਂ ਬੋਰੀਆਂ, ਰੱਸੀਆਂ, ਟਾਟ, ਇਹ ਸਾਰੀਆਂ ਚੀਜ਼ਾਂ ਬਣਾ ਲੈਣੀਆਂ। ਫਿਰ ਖੇਤੀਬਾੜੀ ਤੋਂ ਜਿਹੜੇ ਬੀਜ ਵਗੈਰਾ ਦਾ ਇਸਤੇਮਾਲ ਕਰਕੇ ਅਸੀਂ ਰਿਫਾਈਨਡ ਆਇਲ ਜਾਂ ਵਨਸਪਤੀ ਤੇਲ ਜਿਹੜਾ ਉਹ ਇਸਤੇਮਾਲ ਜਿਹੜਾ ਘਰਾਂ ਦੇ ਵਿੱਚ ਕਰਦੇ ਹਾਂ, ਉਹਦੀ ਜਿਹੜੀ ਸਾਰੀ ਨਿਰਮਾਣ ਦੀ ਪ੍ਰਕਿਰਿਆ, ਉਹਦਾ ਕੱਚਾ ਮਾਲ ਜਿਹੜਾ ਹੈ ਉਹ ਖੇਤੀਬਾੜੀ ਤੋਂ ਆਉਂਦਾ ਹੈ। ਦੈਨ ਆ ਜਾਂਦਾ ਤੁਹਾਡਾ ਖਣਿਜਾਂ ਤੇ ਆਧਾਰਿਤ ਉਦਯੋਗ, ਮਿਨਰਲ ਬੇਸਡ ਇੰਡਸਟਰੀ, ਉਹ ਉਦਯੋਗ ਜਿਨ੍ਹਾਂ ਦਾ ਕੱਚਾ ਮਾਲ ਮਿਨਰਲਸ ਤੋਂ ਆਉਂਦਾ ਹੈ, ਖਾਨਾਂ ਤੋਂ ਆਉਂਦਾ ਹੈ, ਜਿਸ ਤਰ੍ਹਾਂ ਲੋਹਾ ਤੇ ਇਸਪਾਤ ਉਦਯੋਗ, ਤਾਂਬਾ ਤੇ ਐਲੂਮੀਨੀਅਮ ਉਦਯੋਗ ਹੋ ਗਏ। ਇਹ ਸਾਰੀ ਜਿਹੜੀ ਇੰਡਸਟਰੀ ਆ, ਇਹਨਾਂ ਦਾ ਸਮਾਨ ਖਾਨਾਂ ਦੇ ਵਿੱਚੋਂ ਜੋ ਅਸੀਂ ਖਣਿਜ ਪਦਾਰਥ ਬਾਹਰ ਕੱਢਦੇ ਹਾਂ, ਉਹਨਾਂ ਦੇ ਨਾਲ ਹੁੰਦਾ ਆ। ਫਿਰ ਆ ਜਾਂਦਾ ਤੁਹਾਡਾ ਪਾਸਚਰਲ ਬੇਸਡ ਇੰਡਸਟਰੀਜ਼, ਪਸ਼ੂਆਂ ਤੇ ਆਧਾਰਿਤ ਉਦਯੋਗ, ਉਹ ਉਦਯੋਗ ਜਿਨ੍ਹਾਂ ਦਾ ਕੱਚਾ ਮਾਲ ਐਨੀਮਲਸ ਤੋਂ ਆਉਂਦਾ, ਪਸ਼ੂਆਂ ਤੋਂ ਆਉਂਦਾ, ਜਿਸ ਤਰ੍ਹਾਂ ਜਿੰਨਾ ਵੀ ਤੁਸੀਂ ਡੇਅਰੀ ਉਤਪਾਦ ਹੈ, ਦੁੱਧ ਤੇ ਉਸ ਤੋਂ ਬਣੀਆਂ ਚੀਜ਼ਾਂ, ਇਹ ਸਾਰੇ ਜਿਹੜੀਆਂ ਹੈ ਉਹ ਤੁਹਾਡੀ ਜਿਹੜੀ ਡੇਅਰੀ ਇੰਡਸਟਰੀ ਹੈ, ਜਿਹਦੇ ਵਿੱਚ ਕੈਟਲਸ ਯਾਨੀ ਕਿ ਗਾਵਾਂ, ਮੱਝਾਂ ਪਾਲੀਆਂ ਜਾਂਦੀਆਂ ਆ, ਇਹਨਾਂ ਦੇ ਦੁੱਧ ਤੋਂ ਬਣੀਆਂ ਜਿਹੜੀਆਂ ਚੀਜ਼ਾਂ ਹੈ ਉਹ ਇਸਤੇਮਾਲ ਕੀਤੀਆਂ ਜਾਂਦੀਆਂ। ਇਹਨਾਂ ਸਾਰਿਆਂ ਦਾ ਰਾ ਮਟੀਰੀਅਲ ਜਿਹੜਾ ਹੈ ਉਹ ਪਾਸਚਰਲ ਬੇਸਡ ਇੰਡਸਟਰੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਚਮੜਾ ਉਦਯੋਗ, ਜਿਹਦੇ ਵਿੱਚ ਮਰੇ ਹੋਏ ਜਾਨਵਰਾਂ ਦੇ ਚਮੜੇ ਤੋਂ ਅਸੀਂ ਬੂਟ ਔਰ ਹੋਰ ਚਮੜੇ ਦੀਆਂ ਚੀਜ਼ਾਂ ਬਣਾਉਂਦੇ ਹਾਂ। ਫਿਰ ਅੱਗੇ ਆ ਜਾਂਦਾ ਤੁਹਾਡਾ ਜੰਗਲਾਂ ਤੇ ਆਧਾਰਿਤ ਉਦਯੋਗ, ਫੋਰੈਸਟ ਬੇਸਡ ਇੰਡਸਟਰੀਜ਼। ਇਹ ਉਹ ਉਦਯੋਗ ਹੁੰਦੇ ਜਿਨ੍ਹਾਂ ਦਾ ਕੱਚਾ ਮਾਲ ਜੰਗਲਾਂ ਦੇ ਉਤਪਾਦ ਤੋਂ ਪ੍ਰਾਪਤ ਕੀਤਾ ਜਾਂਦਾ, ਜੰਗਲ ਤੋਂ ਮਿਲਦਾ, ਜਿਸ ਤਰ੍ਹਾਂ ਲਾਖ ਹੋ ਗਈ ਤੁਹਾਡੀ, ਕਾਗਜ਼ ਲੱਕੜ ਤੋਂ, ਟੋਕਰੀਆਂ, ਪੱਤਿਆਂ ਦੇ ਬਰਤਨ, ਤੇਂਦੂ ਜਿਹੜਾ ਲੀਵ ਹੈ, ਤੇਂਦੂ ਦਰਖਤ ਤੋਂ ਬੀੜੀ ਦੇ ਪੱਤੇ ਜਿਹੜੇ ਆ, ਬੀੜੀ ਇੰਡਸਟਰੀ ਦੇ ਵਿੱਚ ਜਿਹੜੇ ਇਸਤੇਮਾਲ ਹੁੰਦੇ ਆ। ਹਾਲਾਂਕਿ ਉਹ ਬਿਲਕੁਲ ਤੰਬਾਕੂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਕੈਂਸਰ ਹੁੰਦਾ ਹੈ, ਬਟ ਉਹ ਵੀ ਇੱਕ ਫੋਰੈਸਟ ਬੇਸਡ ਇੰਡਸਟਰੀ ਹੈਗੀ ਆ ਤੁਹਾਡੀ। ਦੈਨ ਆ ਜਾਂਦਾ ਮਿਸਲੀਨੀਅਸ ਫੁੱਟਕੁਲ ਉਦਯੋਗ, ਹੋਰ ਕਿਹੜੇ ਆ? ਇਹਦੇ ਵਿੱਚ ਵਿਲੇਜ ਇੰਡਸਟਰੀ ਆ ਜਾਂਦੀ ਹੈ, ਛੋਟੇ ਜਿਹੜੇ ਕਾਟੇਜ ਇੰਡਸਟਰੀ ਆ ਜਾਂਦੀ ਹੈ। ਵਿਲੇਜ ਇੰਡਸਟਰੀ ਹੁੰਦੀ ਜਿਹੜੇ ਪਿੰਡਾਂ ਦੇ ਵਿੱਚ ਲੋਕਾਂ ਨੇ ਛੋਟੇ ਛੋਟੇ ਆਪਣੇ ਉਦਯੋਗ ਲਾਏ ਹੁੰਦੇ, ਜਿਸ ਤਰ੍ਹਾਂ ਕੋਈ ਖੇਤੀਬਾੜੀ ਨਾਲ ਸੰਬੰਧਿਤ ਸੰਦ, ਹਲ ਆ ਗਏ, ਤਵੀਆਂ ਹੋ ਗਈਆਂ, ਠੀਕ ਹੈ, ਆਟਾ ਚੱਕੀਆਂ, ਕੋਲੂ, ਰੂੰ ਪੇਂਜਣ ਵਾਲੇ ਜਿਹੜੇ ਪੇਂਜੇ ਆ, ਇਹ ਸਾਰੇ ਖੇਤੀਬਾੜੀ ਦੇ ਸੰਦ ਤੇ ਆਫਕੋਰਸ ਬਿਲਕੁਲ ਹੈ। ਉਹ ਸਾਰੇ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਹੀ ਛੋਟੇ ਛੋਟੇ ਚੱਕੀਆਂ ਜਾਂ ਪੇਂਜੇ ਜਾਂ
ਹਲ ਬਣਾਉਣ ਵਾਲੀਆਂ ਦੁਕਾਨਾਂ ਉਹ ਲੱਗੀਆਂ ਹੁੰਦੀਆਂ ਆ ਜਿਹੜੀਆਂ ਕਿ ਉੱਥੋਂ ਦੀ ਡਿਮਾਂਡ ਨੂੰ ਪੂਰਾ ਕਰਦੀਆਂ। ਸੋ ਉਹ ਵਿਲੇਜ ਇੰਡਸਟਰੀ ਆ। ਕਾਟੇਜ ਇੰਡਸਟਰੀ ਉਹ ਹੁੰਦੀ ਆ ਜਿਹਦੇ ਵਿੱਚ ਜਿਹੜੇ ਸ਼ਿਲਪਕਾਰ ਆ, ਜਿਹੜੇ ਹੱਥਾਂ ਨਾਲ ਹੁਨਰ ਆ ਜਿਨ੍ਹਾਂ ਦੇ ਅੰਦਰ, ਉਹ ਲੱਕੜ ਤੋਂ, ਬਾਂਸ ਤੋਂ, ਪਿੱਤਲ ਤੋਂ, ਤਾਂਬੇ ਤੋਂ ਜਾਂ ਪੱਥਰਾਂ ਨੂੰ ਤਰਾਸ਼ ਕੇ ਸਮਾਨ ਬਣਾਉਂਦੇ ਆ। ਇਹਨਾਂ ਨੂੰ ਅਸੀਂ ਕਾਟੇਜ ਇੰਡਸਟਰੀ ਜਾਂ ਘਰੋਗੀ ਉਦਯੋਗ ਕਹਿੰਦੇ ਆ। ਇਹਦੇ ਵਿੱਚ ਹੈਂਡਲੂਮ ਇੰਡਸਟਰੀ ਆ ਜਾਂਦੀ ਹੈ, ਹਸਤਕਰਘਾ ਜਿਹਨੂੰ ਕਹਿੰਦੇ ਆ, ਚਮੜੇ ਦਾ ਸਮਾਨ ਹੋ ਗਿਆ। ਅਗਰ ਤੁਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਜਾਓ, ਤੁਹਾਨੂੰ ਕਾਟੇਜ ਇੰਡਸਟਰੀ, ਹੱਥ ਖੱਡੀ ਦੇ ਬਣੇ ਕੱਪੜੇ ਜਾਂ ਚੀਜ਼ਾਂ ਜਿਹੜੀਆਂ ਆਮ ਜਿਹੜੀਆਂ ਦੁਕਾਨਾਂ 'ਤੇ ਮਿਲ ਜਾਣਗੀਆਂ। ਸੋ ਉਹਨੂੰ ਅਸੀਂ ਕਾਟੇਜ ਇੰਡਸਟਰੀ ਦੀ ਕੈਟੇਗਰੀ ਦੇ ਵਿੱਚ ਸ਼ਾਮਿਲ ਕਰਦੇ ਹਾਂ। ਫਿਰ ਆ ਜਾਂਦੀ ਉਪਭੋਗਤਾ ਵਸਤੂਆਂ ਦਾ ਉਦਯੋਗ ਜਾਂ ਕੰਜ਼ਿਊਮਰ ਗੁੱਡਸ। ਕੰਜ਼ਿਊਮਰ ਮਤਲਬ ਉਹ ਵਸਤੂਆਂ ਜਿਹੜੀਆਂ ਤਿਆਰ ਕਰਕੇ ਸਿੱਧੀਆਂ ਅਸੀਂ ਕੰਜ਼ਿਊਮਰ ਤੱਕ ਪਹੁੰਚਾ ਦਿੰਦੇ ਹਾਂ। ਜਿਸ ਤਰ੍ਹਾਂ ਕੱਪੜਾ, ਬੇਕਰੀ ਇੰਡਸਟਰੀ ਹੋ ਗਈ, ਸ਼ੱਕਰ ਹੋ ਗਈ, ਸਿੱਧਾ ਕੰਜ਼ਿਊਮਰ ਤੱਕ ਪਹੁੰਚਾ ਦੇਣੀ। ਟੁੱਥਪੇਸਟ ਹੋ ਗਈ। ਫਿਰ ਐਨਕਿਲਰੀ ਇੰਡਸਟਰੀ ਕਿਹੜੀ ਹੁੰਦੀ? ਸਹਾਇਕ ਉਦਯੋਗ। ਉਹ ਉਦਯੋਗ ਜਿਨ੍ਹਾਂ ਦੇ ਵਿੱਚ ਬਣੇ ਪੁਰਜੇ, ਨਟ, ਬੋਲਟ, ਪੇਚ ਵੱਡੀਆਂ ਇੰਡਸਟਰੀਆਂ ਵਾਸਤੇ ਕੰਮ ਆਉਂਦੇ ਆ। ਇਹਨਾਂ ਨੂੰ ਅਸੀਂ ਐਨਕਿਲਰੀ ਇੰਡਸਟਰੀ ਕਹਿੰਦੇ ਆ। ਜਿਸ ਤਰ੍ਹਾਂ ਕਪੂਰਥਲੇ ਦੇ ਵਿੱਚ ਜਿਹੜੀ ਰੇਲ ਕੋਚ ਫੈਕਟਰੀ ਆ, ਉਹਦੀਆਂ ਸੀਟਾਂ ਦਾ ਜਿਹੜਾ ਮੈਨੂਫੈਕਚਰਿੰਗ ਉਹ ਜਲੰਧਰ ਵਿੱਚ ਸਤਲੁਜ ਕੰਪਨੀ ਹੈ ਜਿਹੜੀ ਉਹ ਬਣਾਉਂਦੀ ਆ। ਸੋ ਨਟ ਬੋਲਟ ਹੋਰ ਕੋਈ ਕੰਪਨੀ ਬਣਾ ਰਹੀ ਆ, ਸ਼ੀਸ਼ਾ ਉਹਦਾ ਹੋਰ ਕੋਈ ਕੰਪਨੀ ਬਣਾ ਰਿਹਾ, ਉਹਦਾ ਸੀਟ ਕਵਰ ਕੋਈ ਹੋਰ ਬਣਾ ਰਿਹਾ, ਔਰ ਉੱਥੇ ਜਾ ਕੇ ਫਿਟਿੰਗ ਹੋ ਰਹੀ ਆ। ਸੋ ਉਹਨੂੰ ਅਸੀਂ ਐਨਕਿਲਰੀ ਜਾਂ ਸਹਾਇਕ ਉਦਯੋਗ ਕਹਿੰਦੇ, ਜਿਹੜੇ ਵੱਡੇ ਉਦਯੋਗਾਂ ਦੀ ਸਹਾਇਤਾ ਕਰਦੇ ਆ। ਜਿਵੇਂ ਟਰੱਕ, ਬੱਸਾਂ, ਰੇਲ ਇੰਜਨ, ਇਹ ਬਣਨ ਦੇ ਵਿੱਚ ਜਿਹੜਾ ਸਮਾਨ ਲੱਗਦਾ ਹੈ। ਫਿਰ ਬੁਨਿਆਦੀ ਉਦਯੋਗ, ਬੇਸਿਕ ਇੰਡਸਟਰੀ। ਲੋਹਾ ਤੇ ਇਸਪਾਤ ਉਦਯੋਗ ਬੇਸਿਕ ਇੰਡਸਟਰੀ ਹੈ, ਕਿਉਂਕਿ ਸਾਰੇ ਦੇ ਸਾਰੇ ਉਦਯੋਗਾਂ ਨੂੰ ਇਹ ਰॉ ਮਟੀਰੀਅਲ ਜਿਹੜਾ ਉਹ ਮੁਹੱਈਆ ਕਰਾਉਂਦੀ ਹੈ, ਕੱਚਾ ਮਾਲ ਮੁਹੱਈਆ ਕਰਾਉਂਦੀ ਹੈ। ਸੋ ਫਿਰ ਆ ਜਾਂਦਾ ਪੂੰਜੀ ਪ੍ਰਧਾਨ ਉਦਯੋਗ, ਇਨਵੈਸਟਮੈਂਟ ਓਰੀਐਂਟਡ, ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਦੇ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ। ਅਰਬਾਂ ਰੁਪਏ, ਖਰਬਾਂ ਰੁਪਏ। ਭਾਰਤ ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਕੱਪੜਾ ਮਿਲ, ਕਾਟਨ ਟੈਕਸਟਾਈਲ ਇੰਡਸਟਰੀ ਲੱਗੀ ਸੀ ਫੋਰਟ ਗਲੌਸਟਰ ਦੇ ਵਿੱਚ, ਉਹ ਫੇਲ ਹੋ ਗਈ। ਫਿਰ ਮੁੰਬਈ ਦੇ ਵਿੱਚ ਲੱਗੀ ਕਾਮਯਾਬ ਮਿਲ ਜਿਹੜੀ ਆ, ਉਹ ਇਸ ਵਜ੍ਹਾ ਨਾਲ ਲੱਗੀ ਸੀ ਕਿ ਉੱਥੇ ਪਾਰਸੀ ਕਮਿਊਨਿਟੀ ਸੀਗੀ। ਪਾਰਸੀ ਜਿਹੜੇ ਹੁੰਦੇ ਸੀ ਉਹਨਾਂ ਕੋਲ ਪੈਸੇ ਖੂਬ ਹੁੰਦੇ ਸੀਗੇ। ਸੋ ਦੇ ਵਰ ਐਂਟਰਪ੍ਰੇਨਿਓਰ ਮਾਈਂਡਡ ਆ ਪੀਪਲ ਆਲਸੋ। ਦੇ ਆਰ ਇਨ ਫੈਕਟ, ਰਤਨ ਟਾਟਾ ਪਾਰਸੀ ਹੈ। ਸੋ ਇਸ ਕਰਕੇ ਉਹਨਾਂ ਨੇ ਪੈਸਾ ਲਾਇਆ ਤਾਂ ਉਹ ਇੰਡਸਟਰੀ ਜਿਹੜੀ ਉਹ ਸ਼ੁਰੂ ਹੋਈ। ਸੋ ਇਸ ਕਰਕੇ ਜਿਵੇਂ ਲੋਹਾ ਇਸਪਾਤ ਹੋ ਗਿਆ, ਸੀਮੈਂਟ ਉਦਯੋਗ ਹੋ ਗਿਆ, ਐਲੂਮੀਨੀਅਮ, ਈਵਨ ਕਾਟਨ ਟੈਕਸਟਾਈਲ, ਇਹ ਪੂੰਜੀ ਪ੍ਰਧਾਨ ਉਦਯੋਗ ਹੈਗੇ, ਸਾਰੇ ਇਨਵੈਸਟਮੈਂਟ ਓਰੀਐਂਟਡ ਹੈ। ਦੈਨ ਲੇਬਰ ਓਰੀਐਂਟਡ, ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਹਰ ਕੰਮ ਮਜ਼ਦੂਰਾਂ ਦੇ ਹੱਥਾਂ ਨਾਲ ਹੁੰਦਾ ਹੈ। ਜਿਸ ਤਰ੍ਹਾਂ ਬੂਟ ਉਦਯੋਗ, ਸ਼ੂਜ਼ ਇੰਡਸਟਰੀ, ਬੀੜੀ ਉਦਯੋਗ ਇਹਦੀਆਂ ਉਦਾਹਰਨਾਂ ਹੈ। ਇਹਦੇ ਨਾਲ ਕੁਝ ਹੋਰ ਵੀ ਇੰਡਸਟਰੀਜ਼ ਜਿਹੜੀਆਂ ਉਹ ਅੱਜ ਦੀ ਇਸ ਕਲਾਸ ਦੇ ਵਿੱਚ ਤੁਹਾਡੇ ਲਈ ਸਮਝਣੀਆਂ ਜ਼ਰੂਰੀ ਹੈ। ਉਹ ਹੈ ਫੁੱਟਲੂਜ਼ ਇੰਡਸਟਰੀ। ਉਹ ਉਦਯੋਗ ਜਿਨ੍ਹਾਂ ਨੂੰ ਕਿਸੇ ਖਾਸ ਕਿਸਮ ਦੇ ਰਾ ਮਟੀਰੀਅਲ ਦੀ ਜ਼ਰੂਰਤ ਨਹੀਂ, ਕਹਿਣ ਦਾ ਮਤਲਬ ਕਿ ਉਹ ਕਿਤੇ ਵੀ ਲਾਏ ਜਾ ਸਕਦੇ ਆ, ਕਿਸੇ ਵੀ ਜਗ੍ਹਾ ਦੇ ਉੱਪਰ ਲਗਾਏ ਸਕਦੇ। ਉਹਨਾਂ ਨੂੰ ਫੁੱਟ ਲੂਜ਼ ਇੰਡਸਟਰੀ ਕਹਿੰਦੇ ਆ। ਲੂਜ਼ ਮਤਲਬ ਉਹਨਾਂ ਦੇ ਪੈਰ ਨਹੀਂ ਹੈ, ਕਿਤੇ ਵੀ ਲਾ ਦਿੱਤੇ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਤੁਹਾਡੀ ਕੰਪਿਊਟਰ ਚਿਪਸ ਬਣਦੀਆਂ ਆ, ਉਹਨਾਂ ਨੂੰ ਕਿਸੇ ਖਾਸ ਰਾ ਮਟੀਰੀਅਲ ਦੀ ਜ਼ਰੂਰਤ ਨਹੀਂ ਆ, ਉਹ ਕਿਤੇ ਵੀ ਲਗਾਈ ਜਾ ਸਕਦੀ ਆ। ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਆ ਉਹ ਲੇਬਰ ਜ਼ਿਆਦਾ ਨਹੀਂ ਇਸਤੇਮਾਲ ਕੀਤੀ ਜਾਂਦੀ। ਮੋਰ ਔਰ ਲੈਸ ਦੇ ਆਰ ਇਕੋ ਫਰੈਂਡਲੀ, ਲੈਸ ਟਰਾਂਸਪੋਰਟੇਸ਼ਨ ਕਾਸਟ ਇਹਦੀ ਹੁੰਦੀ ਹੈ। ਛੋਟੇ ਪਲਾਂਟ ਦੇ ਸਾਈਜ਼ ਹੁੰਦੇ ਆ ਕਿ ਛੋਟੇ ਜਿਹੇ ਘਰ ਦੇ ਵਿੱਚ ਜਾਂ ਛੋਟੀ ਜਗ੍ਹਾ ਦੇ ਉੱਪਰ ਵੀ ਇਹ ਇੰਡਸਟਰੀ ਸ਼ੁਰੂ ਕੀਤੀ ਜਾ ਸਕਦੀ ਆ। ਇਸ ਤੋਂ ਇਲਾਵਾ ਇਹਨਾਂ ਨੂੰ ਸਕਿਲਡ ਵਰਕਰ ਜ਼ਰੂਰ ਚਾਹੀਦੇ ਆ, ਕਿਉਂਕਿ ਜਿਹੜਾ ਵੀ ਤੁਸੀਂ ਕੰਪਿਊਟਰ ਦੀ ਚਿਪ ਬਣਾਉਣੀ ਆ ਜਾਂ ਜੋ ਵੀ ਸਮਾਨ ਬਣਾਉਣਾ, ਉਹਦੇ ਵਿੱਚ ਤੁਹਾਨੂੰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਿਹਨਤੀ ਮਜ਼ਦੂਰਾਂ ਦੀ, ਸਕਿਲਡ ਮਜ਼ਦੂਰਾਂ ਦੀ ਜ਼ਰੂਰਤ ਪਏਗੀ। ਬੇਕਰੀ ਇੰਡਸਟਰੀ ਹੈ ਫੋਰ ਐਗਜ਼ਾਮਪਲ, ਕਿ ਤੁਸੀਂ ਆਟਾ ਕਿਤੋਂ ਵੀ ਮਿਲ ਸਕਦਾ ਹੈ, ਹਰ ਜਗ੍ਹਾ 'ਤੇ ਅਵੇਲੇਬਲ ਹੈ। ਸੋ ਆਟਾ ਖਰੀਦ ਕੇ ਤੁਸੀਂ ਉਹਦੀ ਬ੍ਰੈਡ ਬਣਾ ਲਈ, ਤੁਸੀਂ ਉਹਦੇ ਰਸ ਬਣਾ ਲਏ, ਤੁਸੀਂ ਉਹਦੇ ਬਿਸਕਿਟ ਬਣਾ ਲਏ। ਸੋ ਦੈਟ ਇੰਡਸਟਰੀ ਇਜ਼ ਕਾਲਡ ਫੁੱਟਲੂਜ਼ ਇੰਡਸਟਰੀ। ਇਸ ਤੋਂ ਇਲਾਵਾ ਇੱਕ ਇੰਡਸਟਰੀ ਹੋਰ ਹੈ, ਦੈਟ ਇਜ਼ ਯੋਰ ਵੇਟ ਗੇਨ ਇੰਡਸਟਰੀ। ਉਹ ਵੀ ਯਾਦ ਰੱਖਣਾ, ਮਤਲਬ ਜਿਹਦਾ ਭਾਰ ਵੱਧਦਾ ਆ। ਇੱਕ ਤੇ ਫੁੱਟਲੂਜ਼ ਹੋ ਗਈ। ਵੇਟ ਗੇਨ ਇੰਡਸਟਰੀ ਮਤਲਬ ਉਹ ਇੰਡਸਟਰੀ ਜਿਹਦੇ ਵਿੱਚ ਨਿਰਮਾਣ ਦੀ ਜਿਹੜੀ ਪ੍ਰਕਿਰਿਆ ਹੈ, ਮੈਨੂਫੈਕਚਰਿੰਗ ਪ੍ਰੋਸੈਸ 'ਚ ਉਹਦਾ ਵੇਟ ਵੱਧਦਾ ਹੈ। ਉਹਦੀ ਬੈਸਟ ਐਗਜ਼ਾਮਪਲ ਹੈ ਆਟੋਮੋਬਾਈਲ ਇੰਡਸਟਰੀ ਜਿਹੜੀ ਆ। ਕਾਰਾਂ ਬਣਦੀਆਂ, ਬੱਸਾਂ, ਟਰੱਕ, ਉਹਦੇ ਵਿੱਚ ਤੁਸੀਂ ਜਿੰਨਾ ਸਮਾਨ ਲਾਈ ਜਾਓਗੇ, ਤੁਸੀਂ ਟਾਇਰ ਲਾ ਦਿੱਤੇ, ਤੁਸੀਂ ਉਹਦੀਆਂ ਬਾਰੀਆਂ ਲਾ ਦਿੱਤੀਆਂ, ਤੁਸੀਂ ਉਹਦੇ ਵਿੱਚ ਸ਼ੀਸ਼ਾ ਲਾ ਦਿੱਤਾ, ਉਹਦੇ ਵਿੱਚ ਰੀਅਰ ਵਿਊ ਮਿਰਰ ਲਾ ਦਿੱਤਾ, ਉਹਦੇ ਵਿੱਚ ਤੁਸੀਂ ਏਅਰ ਕੰਡੀਸ਼ਨ ਫਿੱਟ ਕਰ ਦਿੱਤਾ, ਉਹਦੇ ਵਿੱਚ ਤੁਸੀਂ ਇੱਕ ਸਟੀਰੀਓ ਫਿੱਟ ਕਰ ਦਿੱਤਾ, ਸੀਟ ਕਵਰ ਵਧੀਆ ਲਾ ਦਿੱਤੇ। ਸੋ ਉਹਦੇ ਨਾਲ ਵੇਟ ਉਹਦਾ ਗੇਨ ਹੁੰਦਾ। ਸੋ ਦੈਟ ਇੰਡਸਟਰੀ ਇਜ਼ ਕਾਲਡ ਵੇਟ ਗੇਨ ਇੰਡਸਟਰੀ।
ਸੋ ਇਹ ਭਾਰਤ ਦਾ ਜਿਹੜਾ ਪੂਰੀ ਦੀ ਪੂਰੀ ਇਕੋਨਮੀ ਆ ਉਹ 8 ਕੋਰ ਸੈਕਟਰ ਦੀ ਜਿਹੜੀ ਇੰਡਸਟਰੀ ਆ ਉਹ ਉਹਦੇ ਵਿੱਚ ਕਿਹੜੀਆਂ ਇੰਡਸਟਰੀਆਂ ਆਉਂਦੀਆਂ ਉਹ ਇਹ ਸਮਝਣਾ ਕੁਝ ਬੜਾ ਜ਼ਰੂਰੀ। ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਤੁਹਾਡੀ ਇਲੈਕਟ੍ਰਿਸਿਟੀ, ਬਿਜਲੀ, ਫਿਰ ਆ ਜਾਂਦਾ ਤੁਹਾਡਾ ਸਟੀਲ। ਇਹ ਭਾਰਤ ਦੇ 8 ਕੋਰ ਸੈਕਟਰ ਆ ਜਿਨ੍ਹਾਂ ਦੀ ਅਗਰ ਤਰੱਕੀ ਹੋਏਗੀ, ਅਗਰ ਇਹਨਾਂ ਸੈਕਟਰ ਦੀ ਗਰੋਥ ਹੋ ਰਹੀ ਆ, ਡਿਮਾਂਡ ਹੈ, ਤਾਂ ਮਤਲਬ ਸਾਡੀ ਇਕੋਨਮੀ ਗਰੋ ਕਰ ਰਹੀ ਆ। ਅਗਰ ਇਹਨਾਂ 8 ਸੈਕਟਰਾਂ ਦੇ ਵਿੱਚ ਡਿਮਾਂਡ ਨਹੀਂ ਹੈ, ਗਰੋਥ ਨਹੀਂ ਹੈ, ਤਾਂ ਮਤਲਬ ਸਾਡੀ ਇਕੋਨਮੀ ਡਾਊਨ ਜਾ ਰਹੀ ਆ। ਇਸ ਤੋਂ ਇਲਾਵਾ ਰਿਫਾਈਨਰੀ ਪ੍ਰੋਡਕਟਸ, ਜਿਸ ਤਰ੍ਹਾਂ ਆਪਾਂ ਸਟਾਰਟਿੰਗ ਦੇ ਗੱਲ ਕੀਤੀ ਸੀ ਕਿ ਪੈਟਰੋਲੀਅਮ, ਕੱਚਾ ਤੇਲ ਜਦੋਂ ਕੱਢਿਆ ਜਾਂਦਾ ਆ ਉਹਦਾ ਸਭ ਤੋਂ ਜਿਹੜਾ ਰਿਫਾਈਨ ਪੈਟਰੋਲੀਅਮ ਹੁੰਦਾ ਉਹ ਜਹਾਜ਼ਾਂ ਦੇ ਵਿੱਚ ਪੈਣ ਵਾਲਾ ਪੈਟਰੋਲ ਹੁੰਦਾ। ਉਸ ਤੋਂ ਬਾਅਦ ਜਿਹੜਾ ਅਸੀਂ ਕਾਰਾਂ ਦੇ ਵਿੱਚ, ਸਕੂਟਰਸ ਦੇ ਵਿੱਚ ਪੈਟਰੋਲ ਪਾਉਂਦੇ ਹਾਂ, ਫਿਰ ਉਹਦੇ ਵਿੱਚ ਉਹਦੇ ਬਾਈ ਪ੍ਰੋਡਕਟ ਹੋਰ ਜਿਹੜੇ ਉਹ ਬਾਹਰ ਕੱਢੇ ਜਾਂਦੇ, ਡੀਜ਼ਲ ਹੈ, ਵੈਕਸ ਹੈ, ਪੈਟਰੋਲੀਅਮ ਜੈਲੀ ਹੈ, ਵੈਸਲਿਨ ਜਿਹਨੂੰ ਅਸੀਂ ਕਹਿੰਦੇ ਹਾਂ, ਸਾਰੇ ਪੈਟਰੋਲੀਅਮ ਦੇ ਬਾਈ ਪ੍ਰੋਡਕਟਸ ਹੈ। ਔਰ ਐਂਡ ਤੇ ਜਿਹੜਾ ਉਹਦੀ ਰਹਿੰਦ ਖੂੰਹਦ ਬਚ ਜਾਂਦੀ ਹੈ, ਜਿਹੜਾ ਐਂਡ ਵਾਲਾ ਪ੍ਰੋਡਕਟ ਹੈ, ਦੈਟ ਇਜ਼ ਯੋਰ ਕੋਲ ਤਾਰ ਵਿਚ ਇਜ਼ ਅਲਟੀਮੇਟਲੀ ਯੂਜ਼ਡ ਇਨ ਯੋਰ ਰੋਡ ਕੰਸਟਰਕਸ਼ਨ, ਸੜਕਾਂ ਦੇ ਬਣਨ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਸੋ ਉਹਦਾ ਐਂਡ ਬਾਈ ਪ੍ਰੋਡਕਟ ਹੈਗਾ। ਸੋ ਰਿਫਾਈਨਰੀ ਪ੍ਰੋਡਕਟ ਹੋ ਗਏ, ਕਰੂਡ ਆਇਲ ਹੋ ਗਿਆ, ਕੱਚਾ ਤੇਲ। ਤੁਸੀਂ ਦੇਖੋ ਕਿ ਲੋਕਡਾਊਨ ਦੇ ਵਿੱਚ ਨਾ ਸਿਰਫ ਹਿੰਦੁਸਤਾਨ ਸਗੋਂ ਪੂਰੇ ਵਿਸ਼ਵ ਦੇ ਵਿੱਚ, ਸੰਸਾਰ ਦੇ ਵਿੱਚ ਪੈਟਰੋਲੀਅਮ ਦੀ ਜਿਹੜੀ ਡਿਮਾਂਡ ਆ ਬਿਲਕੁਲ ਘਟ ਗਈ ਜਾਂ ਆਲਮੋਸਟ ਖਤਮ ਹੋ ਗਈ। ਕਿਉਂਕਿ ਜਦੋਂ ਲੋਕੀ ਘਰਾਂ ਦੇ ਵਿੱਚ ਕੈਦ ਹੋ ਗਏ, ਉਹਨਾਂ ਦੇ ਸਕੂਟਰ, ਬੱਸਾਂ, ਟਰੱਕ ਜਿੱਥੇ ਖੜੇ ਉੱਥੇ ਖੜੇ, ਸੋ ਡਿਮਾਂਡ ਖਤਮ ਹੋ ਗਈ। ਸੋ ਉਹਦੇ ਨਾਲ ਜਿਹੜੀ ਇੱਕ ਮਿਡਲ ਈਸਟ ਦੀ ਜਿਹੜੀ ਇਕੋਨਮੀ ਸੀਗੀ, ਮਿਡਲ ਈਸਟ ਕੰਟਰੀਜ਼ ਦੀ, ਜਿਹੜੀ ਕਿ ਸਿਰਫ ਪੈਟਰੋਲੀਅਮ ਦੇ ਸੇਲ ਦੇ ਉੱਪਰ ਡਿਪੈਂਡੈਂਟ ਸੀਗੀ, ਉਹਦੇ ਉੱਤੇ ਬਹੁਤ ਮਾੜਾ ਅਸਰ ਪਿਆ। ਇਸ ਤੋਂ ਇਲਾਵਾ ਕੋਲ, ਜਿਹਦਾ ਅਸੀਂ ਕੋਲ ਇੰਡੀਆ ਲਿਮਿਟਿਡ ਬਣਾਈ ਸੀਗੀ, ਸਟੀਲ ਦੇ ਉੱਪਰ ਸਟੀਲ ਅਥਾਰਟੀ ਆਫ ਇੰਡੀਆ ਲਿਮਿਟਿਡ SAIL ਬਣਾਈ ਸੀਗੀ, ਨੈਚੁਰਲ ਗੈਸ, ਕੁਦਰਤੀ ਗੈਸ ਐਂਡ ਫਰਟੀਲਾਈਜ਼ਰਸ। ਸੋ ਇਹ 8 ਸੈਕਟਰ ਆ, ਇਲੈਕਟ੍ਰਿਸਿਟੀ, ਸਟੀਲ, ਰਿਫਾਈਨਰੀ ਪ੍ਰੋਡਕਟ, ਕਰੂਡ ਆਇਲ, ਕੋਲ, ਸੀਮੈਂਟ, ਨੈਚੁਰਲ ਗੈਸ ਐਂਡ ਫਰਟੀਲਾਈਜ਼ਰ। ਫਰਟੀਲਾਈਜ਼ਰਸ ਦੀ ਡਿਮਾਂਡ ਕਿੱਥੇ ਹੋਏਗੀ? ਕਿਸਾਨ ਜਦੋਂ ਖੇਤੀ ਕਰਦੇ ਆ ਤਾਂ ਉਹਨਾਂ ਨੂੰ ਫਰਟੀਲਾਈਜ਼ਰ ਦੀ ਜ਼ਰੂਰਤ ਪੈਂਦੀ ਹੈ। ਦੈਟ ਇਜ਼ ਅਗੇਨ chemical industry, you can say, because nitrogen, phosphorus, potassium, they are used in making these fertilizers. So ਇਹਦੇ ਵਿੱਚ ਕਿਸਾਨਾਂ ਨੂੰ ਤੁਸੀਂ ਦੇਖੋ ਸੋਇਲ ਹੈਲਥ ਕਾਰਡ ਵੀ ਦਿੱਤੇ ਗਏ ਕਿ ਮਿੱਟੀ ਦੇ ਵਿੱਚ ਜਿੰਨੀ ਕਿਸੇ ਤੱਤ ਦੀ ਕਮੀ ਆ ਤਾਂ ਉਨੀ ਜਿਹੜੀ ਖਾਦ ਹੈ ਉਹਦੇ ਵਿੱਚ ਇਸਤੇਮਾਲ ਕੀਤੀ ਜਾਵੇ। ਸੋ ਇਹ ਸੈਕਟਰਸ ਦੇ ਵਿੱਚ ਡਿਮਾਂਡ ਅਗਰ ਹੁੰਦੀ ਆ, ਅਗਰ ਦੇਸ਼ ਦੇ ਵਿੱਚ ਕੰਸਟਰਕਸ਼ਨ ਐਕਟੀਵਿਟੀਜ਼ ਚੱਲ ਰਹੀਆਂ, ਬਿਲਡਿੰਗਾਂ ਬਣ ਰਹੀਆਂ, ਪੁਲ ਬਣ ਰਹੇ ਆ, ਸੜਕਾਂ ਬਣ ਰਹੀਆਂ, ਤਾਂ ਸੀਮੈਂਟ ਦੀ ਡਿਮਾਂਡ ਹੋਏਗੀ। ਘਰ ਬਣ ਰਹੇ, ਅਗਰ ਘਰਾਂ ਦੇ ਵਿੱਚ ਲੋਕਾਂ ਕੋਲ ਘਰ ਬਣਾਉਣ ਲਈ, ਕੰਸਟਰਕਸ਼ਨ ਲਈ ਪੈਸੇ ਹੈ ਤਾਂ ਸੀਮੈਂਟ ਦੀ ਡਿਮਾਂਡ ਕਰਨਗੇ। ਅਗਰ ਸੀਮੈਂਟ ਦੀ ਡਿਮਾਂਡ ਦੇ ਵਿੱਚ ਕਮੀ ਆ ਗਈ, ਇਟ ਮੀਨਸ ਕਿ ਸਾਡੀ ਇਕੋਨਮੀ ਜਿਹੜੀ ਹੈ ਉਹ ਨੀਚੇ ਜਾ ਰਹੀ ਹੈ। ਸਾਡੀ ਜਿਹੜੀ ਕੰਸਟਰਕਸ਼ਨ ਐਕਟੀਵਿਟੀਜ਼ ਹੈ, ਸੜਕਾਂ ਬਣਨੀਆਂ, ਬ੍ਰਿਜਸ ਬਣਨੇ, ਪੁਲ ਬਣਨੇ ਰੇਲਾਂ ਦੇ ਜਾਂ ਸੜਕਾਂ ਦੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਆ ਰਹੀ ਆ। ਕੋਲੇ ਦੀ ਜਿਹੜੀ ਡਿਮਾਂਡ ਹੈ ਉਹ ਤੁਸੀਂ ਦੇਖੋ ਕਿ ਕਾਫੀ ਸਾਲ ਪਹਿਲਾਂ, ਲਗਭਗ 30 ਸਾਲ ਪਹਿਲਾਂ ਆਲਮੋਸਟ, ਜਿਹੜੇ ਕੋਇਲੇ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਉਹ ਬੰਦ ਕਰ ਦਿੱਤੀਆਂ ਸੀਗੀਆਂ। ਸੋ ਕੋਇਲਾ ਵੀ ਇੱਕ ਪੰਜਾਬ ਦਾ ਜਿਹੜਾ ਥਰਮਲ ਪਲਾਂਟ ਹੈ, ਉਹ ਵੀ ਇੱਕ ਫੁੱਟਲੂਸ ਇੰਡਸਟਰੀ ਦੀ ਤੁਸੀਂ ਦੇਖੋ ਐਗਜ਼ਾਮਪਲ ਹੈ ਕਿ ਕੋਇਲਾ ਇੱਥੇ ਨਹੀਂ ਮਿਲਦਾ, ਪੰਜਾਬ ਦੇ ਵਿੱਚ ਕੋਈ ਕੋਇਲਾ ਨਹੀਂ ਮਿਲਦਾ। ਕੋਇਲਾ ਅਸੀਂ ਮੰਗਵਾਉਂਦੇ ਹਾਂ ਝਾਰਖੰਡ ਤੋਂ, ਉੜੀਸਾ ਤੋਂ, ਵੈਸਟ ਬੰਗਾਲ ਤੋਂ। ਸੋ ਉੱਥੋਂ ਜਿਹੜਾ ਕੋਇਲਾ ਆਉਂਦਾ ਆ ਪੰਜਾਬ ਦੇ ਥਰਮਲ ਪਲਾਂਟਸ ਦੇ ਵਿੱਚ, ਤਾਂ ਇਹ ਚੱਲਦੇ ਆ। ਤਾਲਾਬੰਦੀ ਦੇ ਵਿੱਚ ਤੁਸੀਂ ਦੇਖੋ ਕੀ ਹੋਇਆ ਕਿ ਟ੍ਰੇਨਾਂ ਬੰਦ ਹੋ ਗਈਆਂ ਬਿਲਕੁਲ, ਔਰ ਜਿਹੜੀਆਂ ਚੱਲੀਆਂ ਵੀ ਬਹੁਤ ਘੱਟ ਚੱਲੀਆਂ, ਕੋਲੇ ਦੀ ਕਮੀ ਹੁੰਦੀ ਗਈ। ਉਸ ਤੋਂ ਬਾਅਦ ਵਿੱਚ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਅਜੇ ਵੀ ਚੱਲ ਰਿਹਾ, ਪੰਜਾਬ ਦੇ ਵਿੱਚ ਕਿਸਾਨਾਂ ਨੇ ਜਦੋਂ ਰੇਲਾਂ ਰੋਕ ਦਿੱਤੀਆਂ, ਤਾਂ ਉਸ ਟਾਈਮ ਤੇ ਸਰਕਾਰ ਨੇ ਬਿਲਕੁਲ ਹੀ ਜਿਹੜੀਆਂ ਮਾਲ ਗੱਡੀਆਂ ਵੀ ਸੀਗੀਆਂ ਉਹ ਵੀ ਚਲਾਉਣੀਆਂ ਬੰਦ ਕਰ ਦਿੱਤੀਆਂ, ਜਿਹਦੇ ਨਾਲ ਕਿ ਕੋਇਲੇ ਦੀ ਕਮੀ ਹੋ ਗਈ। ਸਾਡੇ ਕੋਲ 4 ਦਿਨ ਦਾ ਕੋਇਲਾ ਜੀ, 5 ਦਿਨ ਦਾ ਕੋਇਲਾ ਜੀ ਅਕਸਰ ਸੁਣਨ ਨੂੰ ਆਉਂਦਾ ਸੀ, ਮਤਲਬ ਕੋਇਲਾ ਖਤਮ ਹੋ ਗਿਆ ਤਾਂ ਬਿਜਲੀ ਬਿਲਕੁਲ ਬੰਦ ਹੋ ਜਾਏਗੀ। ਸੋ ਉਹ ਬਾਅਦ ਵਿੱਚ ਸਰਕਾਰ ਨੇ ਜਦੋਂ ਫਿਰ ਟ੍ਰੇਨ ਚਲਾਈਆਂ ਤਾਂ ਉਹ ਕੋਇਲੇ ਦੀ ਕਮੀ ਜਿਹੜੀ ਉਹ ਦੂਰ ਕੀਤੀ ਗਈ। ਸੋ ਤੁਸੀਂ ਦੇਖੋ ਕਿ ਪੰਜਾਬ ਨੂੰ ਜ਼ਰੂਰਤ ਕੀ ਆ, ਅਗਰ ਬਿਜਲੀ ਪੈਦਾ ਕਰਨੀ ਹੈ ਤਾਂ ਸਾਨੂੰ ਜਿਹੜੀ ਹੈ ਸੋਲਰ ਪਾਵਰ ਪਲਾਂਟ ਲਾਉਣ ਦੀ ਜ਼ਰੂਰਤ ਹੈ। ਸਾਨੂੰ ਜਿਹੜੀ ਹਾਈਡਰੋ ਇਲੈਕਟ੍ਰੀਸਿਟੀ ਆ, ਜਿਹੜੀ ਭਾਖੜੇ ਤੋਂ ਬਿਜਲੀ ਮਿਲਦੀ ਆ, ਜਾਂ ਪੌਂਗ ਡੈਮ ਤੋਂ ਬਿਜਲੀ ਮਿਲਦੀ ਆ, ਜਾਂ ਰਣਜੀਤ ਸਾਗਰ ਡੈਮ ਤੋਂ ਬਿਜਲੀ ਮਿਲਦੀ ਹੈ, ਸਾਨੂੰ ਉਹਦੀ ਜ਼ਰੂਰਤ ਹੈ। ਸਾਨੂੰ ਜਿਹੜੀ ਥਰਮਲ ਪਾਵਰ ਸਟੇਸ਼ਨਸ ਆ ਕੋਇਲੇ ਨਾਲ, ਨਾ ਸਿਰਫ ਤੁਸੀਂ ਦੇਖੋ ਪੰਜਾਬ ਦੇ এনवायरमेंट ਵਾਸਤੇ ਮਾੜੇ ਆ, ਸਗੋਂ ਸਾਨੂੰ ਕੋਇਲੇ ਵਾਸਤੇ ਬਾਕੀ ਸਟੇਟਾਂ 'ਤੇ ਵੀ ਡਿਪੈਂਡ ਕਰਨਾ ਪੈਂਦਾ। ਸੋ ਇਹਦੇ ਬਾਰੇ ਵੀ ਸੋਚਣ ਦੀ ਜਿਹੜੀ ਉਹ ਬਹੁਤ ਜ਼ਰੂਰਤ ਹੈ। ਸੋ ਇਹ 8 ਸੈਕਟਰ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੈ ਬੇਟਾ, ਇਹ ਵੀ ਤੁਹਾਡੇ ਲਈ ਸਮਝ ਲਈ। ਸੋ ਮੈਨੂੰ ਉਮੀਦ ਹੈ
ਕਿ ਅੱਜ ਦੀ ਇਸ ਕਲਾਸ ਦੇ ਵਿੱਚ ਤੁਹਾਨੂੰ ਉਦਯੋਗਾਂ ਦੇ ਪ੍ਰਕਾਰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਮਿਲਾਂਗੇ ਅਗਲੀ ਕਲਾਸ ਵਿੱਚ। ਜਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।